स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। ਸ਼ਮਾਦਾਨ रेडियो पंजाब टुडे ਦੇ ਪ੍ਰੋਗਰਾਮ ਸ਼ਮਾਦਾਨ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਅੱਜ 8 ਜੁਲਾਈ ਤੇ ਦਿਨ ਸ਼ੁੱਕਰਵਾਰ ਦਾ ਤੁਸੀਂ ਰੇਡੀਓ ਪੰਜਾਬ ਟੁਡੇ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਬਠਿੰਡਾ ਸਟੂਡੀਓ ਤੋਂ ਲਾਈਵ ਮੈਂ ਜਸਪ੍ਰੀਤ ਸਿੰਘ ਹਾਜ਼ਰ ਹਾਂ ਜੀ। ਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪਾਂਸਰ ਨੇ ਮਾਲਵਾ ਬ੍ਰਦਰਸ ਕੁਇਨਜ਼ ਨਿਊਯਾਰਕ। ਅਸੀਂ ਧੰਨਵਾਦੀ ਹਾਂ ਨਿਊਯਾਰਕ ਤੋਂ ਚਰਨਜੀਤ ਸਿੰਘ ਸਮਰਾ ਤੇ ਸਾਥੀਆਂ ਦੇ ਜਿਨ੍ਹਾਂ ਨੇ ਰੇਡੀਓ ਨੂੰ ਸਹਿਯੋਗ ਦਿੱਤਾ। ਅਸੀਂ ਧੰਨਵਾਦ ਕਰਦੇ ਹਾਂ ਜੀ। ਬੇਕਰਸਫੀਲਡ ਤੋਂ ਜਸਪ੍ਰੀਤ ਮਾਨ, ਮਨਪ੍ਰੀਤ ਢਿਲਵਾਂ ਤੇ ਚਮਕੌਰ ਸਿੰਘ ਡਲੂਨੋ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜੀ। ਦਿਓਲ ਬ੍ਰਦਰਸ ਬੇਕਰਸਫੀਲਡ ਦੇ ਜੇਕਰ ਤੁਸੀਂ ਨਿਊਯਾਰਕ ਤੇ ਨਿਊ ਜਰਸੀ ਜਾਂ ਇਸ ਦੇ ਨੇੜੇ ਤੇੜੇ ਕੈਟਰਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸੰਪਰਕ ਕਰੋ। ਮੰਗਤ ਰਾਮ ਮੰਗੀ ਸੋਹਣਾ ਪੰਜਾਬ ਰੈਸਟੋਰੈਂਟ। ਸੰਪਰਕ ਹੈ ਜੀ 347 567 0015। ਜੀ ਪਿਆਰੇ ਸਰੋਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਅਤੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਸਾਡੇ ਨਾਲ ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਜੁੜਨਗੇ ਜੀ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ। ਤੋਂ ਢਿੱਲੋਂ ਸਾਹਿਬ ਨਾਲ ਕਰਾਂਗੇ ਗੱਲਾਂ ਬਾਤਾਂ ਅਤੇ ਜਾਣਾਂਗੇ ਅੱਜ ਦੀਆਂ ਕੁਝ ਪ੍ਰਮੁੱਖ ਖਬਰਾਂ ਅਤੇ ਉਹਨਾਂ ਦੇ ਪਿਛਲੀ ਸੱਚਾਈ ਬਾਰੇ। ਸੋ ਪਿਆਰੇ ਸਰੋਤਿਓ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਇਸ ਵਕਤ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਦਾ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਅੱਜ ਦੀਆਂ ਆਪਾਂ ਮੁੱਖ ਖਬਰਾਂ ਦੇ ਉੱਤੇ ਚਰਚਾ ਕਰਨੀ ਹੈ ਅਤੇ ਪਹਿਲੀ ਖਬਰ ਜਿਹੜੀ ਮੈਂ ਲੈਣੀ ਚਾਹੂੰਗਾ ਜੀ ਉਹ ਹੈ ਜੀ ਬੇਅਦਬੀ ਕਾਂਡ। ਸੋ ਇਸ ਕਾਂਡ ਦੇ ਵਿੱਚ ਹੁਣ 3 ਡੇਰਾ ਪ੍ਰੇਮੀਆਂ ਨੂੰ ਹੋ ਗਈ ਸੀ ਸਜ਼ਾ ਅਤੇ ਪਰ ਹੁਣ ਸ਼ੁਰੂ ਹੋ ਗਈ ਹੈ ਉਸ ਮਾਮਲੇ ਨੂੰ ਲੈ ਕੇ ਕ੍ਰੈਡਿਟ ਵਾਰ। ਸੋ ਕੀ ਹੈ ਜੀ ਖਬਰ? ਬਿਲਕੁਲ 3 ਡੇਰਾ ਪ੍ਰੇਮੀਆਂ ਨੂੰ ਮੋਗਾ ਦੀ ਇੱਕ ਅਦਾਲਤ ਨੇ ਸਜ਼ਾ ਦਿੱਤੀ ਹੈ ਜੀ। ਸਜ਼ਾ ਕਿਉਂ ਦਿੱਤੀ ਹੈ? ਸਜ਼ਾ ਦੇਣ ਦਾ ਵੱਡਾ ਕਾਰਨ ਇਹ ਹੈ ਕਿ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਵਾਪਰ ਰਹੀਆਂ ਸੀ 12 ਅਕਤੂਬਰ ਨੂੰ ਜੀ ਬਰਗਾੜੀ ਪਿੰਡ ਦੇ ਵਿੱਚ ਜੀ ਜੋ ਕੁਝ ਹੋਇਆ ਸੀ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਸਿਖਰ ਸੀ ਜੀ। ਉਹਨਾਂ ਦਿਨਾਂ ਦੇ ਵਿੱਚ ਹੀ ਕੁਝ ਦਿਨਾਂ ਬਾਅਦ ਫਿਰ ਮਲਕੇ ਪਿੰਡ ਹੈ ਸਮਾਲਸਰ ਥਾਣੇ ਦੇ ਅਧੀਨ ਪੈਂਦਾ ਜੀ। ਮਲਕੇ ਪਿੰਡ ਦੇ ਵਿੱਚ ਵੀ ਬੇਅਦਬੀ ਦੀ ਘਟਨਾ ਵਾਪਰਦੀ ਹੈ। ਇਹ ਵਾਪਰਦੀ ਹੈ 4 ਨਵੰਬਰ 2015 ਨੂੰ। ਬਿਲਕੁਲ। ਔਰ ਛੋਟੀਆਂ ਜਿਹੜੀਆਂ ਸੈਂਚੀਆਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਉਹਨਾਂ ਸੈਂਚੀਆਂ ਦਾ ਨਿਰਾਦਰ ਕੀਤਾ ਗਿਆ ਸੀ। ਠੀਕ ਹੈ ਜੀ। ਇਹਦੇ 'ਤੇ ਸਰਦਾਰ ਗੁਰਸੇਵਕ ਸਿੰਘ ਉਸ ਪਿੰਡ ਦੇ ਇੱਕ ਨੌਜਵਾਨ ਸ਼ਖਸ ਸੀ। ਹਾਂਜੀ। ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ। ਕੇਸ ਰਜਿਸਟਰ ਹੋ ਗਿਆ। ਕੇਸ ਰਜਿਸਟਰ ਹੋ ਗਿਆ ਅਤੇ ਉਸ ਵੇਲੇ ਕੇਸ ਰਜਿਸਟਰ ਹੋਣ ਤੋਂ ਬਾਅਦ ਇਹ ਮਾਮਲਾ ਲੰਬਾ ਸਮਾਂ ਜਿਹੜਾ ਹੈਗਾ ਉਹ ਦਬਿਆ ਰਿਹਾ। ਠੀਕ ਹੈ ਜੀ। ਜਿਹੜੇ 3 ਪਹਿਲੇ ਕੇਸ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਹੋਣੀ, ਬਰਗਾੜੀ ਦੇ ਆਲੇ ਦੁਆਲੇ ਇਸ਼ਤਿਹਾਰ ਲੱਗਣੇ ਔਰ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦਾ ਜਿਹੜਾ ਹੈਗਾ ਨਿਰਾਦਰ ਹੋਣਾ, ਗਲੀਆਂ ਦੇ ਵਿੱਚ ਸੁੱਟਿਆ ਜਾਣਾ ਫਾੜ ਕੇ ਜੀ। ਇਹ ਸਾਰਾ ਕੁਛ ਜਿਹੜਾ ਹੈਗਾ ਇਹ 3 ਕੇਸ ਜਿਹੜੇ ਸੀ ਤਿੰਨੇ ਦੇ ਤਿੰਨੇ ਕੇਸ ਚਲੇ ਗਏ ਸੀ CBI ਨੂੰ। ਬਾਦਲ ਸਰਕਾਰ ਨੇ ਭੇਜੀ ਸੀ ਜੀ। ਇਹ ਕੇਸ ਰਜਿਸਟਰ ਜ਼ਰੂਰ ਹੋ ਗਿਆ ਸੀ ਲੇਕਿਨ ਇਹ ਰਜਿਸਟਰ ਹੋਇਆ ਕੇਸ ਜਿਹੜਾ ਸੀ ਨਵੰਬਰ 2015 ਦਾ ਕੇਸ ਹੈ। ਇਹਦੀ ਗੱਲਬਾਤ ਗਾਂਹ ਨਹੀਂ ਸੀ ਤੁਰੀ ਕਿ ਕੌਣ ਬੰਦੇ ਆ ਜਿਨ੍ਹਾਂ ਨੇ ਇਹ ਕੁਛ ਕੀਤਾ ਹੈ। ਬਿਲਕੁਲ ਜੀ। ਫਿਰ ਇਹ ਸਰਕਾਰ ਬਦਲ ਜਾਂਦੀ ਹੈ। ਸਰਕਾਰ ਦੇ ਬਦਲਣ ਤੋਂ ਬਾਅਦ ਨਵੀਂ ਸਰਕਾਰ ਬਣ ਜਾਂਦੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਜੀ। ਉਸ ਸਰਕਾਰ ਦੇ ਦੌਰਾਨ ਇਸ ਮਾਮਲੇ ਦੇ ਵਿੱਚ ਚਾਰਜ ਸ਼ੀਟ ਦਾਇਰ ਹੁੰਦੀ ਹੈ ਅਦਾਲਤ 'ਚ ਕਿ ਆਹ ਜਿਹੜੇ ਹੈਗੇ ਕੁਝ ਬੰਦੇ ਆ ਜਿਨ੍ਹਾਂ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਰਾਦਰ ਕੀਤਾ ਹੈ, ਬੇਅਦਬੀ ਕੀਤੀ ਹੈ, ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਠੀਕ ਹੈ ਜੀ। ਉਦੋਂ ਤੋਂ ਲੈ ਕੇ ਇਹ ਮਾਮਲਾ ਚੱਲਦਾ ਸੀ। ਹੁਣ ਜਦੋਂ ਕੱਲ੍ਹ ਇਹਦਾ ਫੈਸਲਾ ਆਇਆ ਉਸ ਫੈਸਲੇ ਦੇ ਵਿੱਚ 3 ਜਣਿਆਂ ਨੂੰ 3-3 ਸਾਲ ਦੀ ਕੈਦ, ਅੱਛਾ ਜੀ, 5-5 ਹਜ਼ਾਰ ਰੁਪਈਆ ਜੁਰਮਾਨਾ ਕਰਤਾ ਜੀ। 2 ਜਣਿਆਂ ਨੂੰ ਬਰੀ ਕਰਤਾ। 3 ਜਣੇ ਜਿਹੜੇ ਡੇਰੇ ਦੀ ਕਮੇਟੀ ਨਾਲ ਸੰਬੰਧਿਤ ਹੈ, ਪ੍ਰਬੰਧਕ ਕਮੇਟੀ ਨਾਲ, ਉਹ ਪਹਿਲਾਂ ਹੀ ਭਗੌੜੇ ਹੈ।
ਉਹਨਾਂ ਨੂੰ ਠੀਕ ਹੈ ਭਗੌੜੇ ਜੀ। ਕਰਾਰ ਦਿੱਤੇ ਹੋਇਆ। ਜਿਨ੍ਹਾਂ ਨੂੰ ਭਗੌੜੇ ਕਰਾਰ ਦਿੱਤਾ ਹੋਇਆ, ਅਦਾਲਤ 'ਚ ਹੈ ਹੀ ਨਹੀਂ ਸੀ, ਉਹਨਾਂ ਦੇ ਖਿਲਾਫ ਕੇਸ ਚੱਲ ਹੀ ਨਹੀਂ ਸਕਦਾ। ਜੀ ਸੋ 3 ਬੰਦਿਆਂ ਨੂੰ ਜਿਹੜੀ 3-3 ਸਾਲ ਦੀ ਕੈਦ ਕੀਤੀ ਹੈ, 5-5 ਹਜ਼ਾਰ ਦਾ ਜੁਰਮਾਨਾ ਕੀਤਾ ਹੈ, ਉਹਦੇ ਤੇ ਹੁਣ ਕ੍ਰੈਡਿਟ ਵਾਰ ਸ਼ੁਰੂ ਹੋ ਗਈ। ਅੱਛਾ ਜੀ, ਇਸ ਗੱਲ ਦੀ ਲੜਾਈ ਸ਼ੁਰੂ ਹੋ ਗਈ ਕਿ ਕਿਹਨੇ ਇਹ ਕੁਝ ਕਰਵਾਇਆ ਹੈ। ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖਿਓ ਨਾ, ਕੱਲ 2 ਸਟੇਟਮੈਂਟਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਆਉਂਦੀਆਂ। ਬਿਲਕੁਲ ਜੀ। ਇੱਕ ਤਾਂ ਆਉਂਦੀ ਹੈ ਸਰਦਾਰ ਹਰਪਾਲ ਸਿੰਘ ਚੀਮਾ, ਜਿਹੜੇ ਵਿੱਤ ਮੰਤਰੀ ਹੈ। ਜੀ ਚੀਮਾ ਸਾਹਿਬ ਕੀ ਕਹਿੰਦੇ ਹੈ? ਚੀਮਾ ਸਾਹਿਬ ਕਹਿੰਦੇ ਜੀ ਦੇਖੋ, ਪਿਛਲੀ ਸਰਕਾਰ ਨੇ ਤਾਂ ਕੀਤਾ ਕੱਖ ਹੀ ਨਹੀਂ। ਜੀ ਜਿਹੜੇ ਇਹ ਕਹਿੰਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਅਕਾਲੀ ਤੇ ਕਾਂਗਰਸੀਆਂ ਨੇ ਤਾਂ ਮੂਹਰੇ ਹੋ ਕੇ ਕੰਮ ਕੀਤਾ, ਉਹਨਾਂ ਨੇ ਬਚਾਇਆ ਸੀ। ਠੀਕ ਹੈ ਜੀ। ਲਓ ਕਹਿੰਦੇ ਸਾਡੀ ਬਣ ਗਈ ਸਰਕਾਰ, ਤੇ ਸਰਕਾਰ ਬਣੀ ਨੂੰ ਤਾਂ ਦਿਨ ਹੀ ਥੋੜ੍ਹੇ ਹੋਏ, ਤੇ ਆਓ ਦੇਖੋ ਕਹਿੰਦੇ ਟੰਗੇ ਪਏ। ਜੀ ਹੁਣ ਮੈਨੂੰ ਹਾਸੀ ਆਉਂਦੀ ਹੈ ਚੀਮਾ ਸਾਹਿਬ ਦੀ ਅਕਲ ਤੇ। ਵੈਸੇ ਕਹਿੰਦੇ ਪੰਜਾਬੀ ਯੂਨੀਵਰਸਿਟੀ ਦੇ ਪੜ੍ਹੇ ਹੋਏ ਆ, ਪਤਾ ਨਹੀਂ ਕੀ ਕੁਛ ਉਹਨਾਂ ਨੇ ਪੜ੍ਹਿਆ ਹੋਇਆ। ਬਿਲਕੁਲ ਜੀ। ਚੀਮਾ ਸਾਹਿਬ ਕਿਰਪਾ ਕਰਕੇ ਇਹ ਦੱਸਿਓ ਕਿ ਜਿਹੜੇ ਜੁਡੀਸ਼ੀਅਲ ਮੈਜਿਸਟ੍ਰੇਟ ਹੈ, ਇਹਨਾਂ ਦੀ ਅਪਾਇੰਟਮੈਂਟ ਤੁਸੀਂ ਕਰਦੇ ਹੋ? ਜੀ ਕੀ ਇਹਨਾਂ ਦੀ ਜੁਡੀਸ਼ੀਅਲ ਮੈਜਿਸਟ੍ਰੇਟਾਂ ਦੀ ਬਦਲੀ ਤੁਸੀਂ ਕਰਦੇ ਹੋ? ਕੀ ਬਿਲਕੁਲ ਇਹ ਜੀ। ਤੁਹਾਡੇ ਮਤਹਿਤ ਹੈ? ਇੱਕ ਜੱਜ ਨੂੰ ਜੇ ਹਟਾਉਣਾ ਹੈ, ਜੱਜ ਨੂੰ ਹਟਾਉਣ ਵਾਸਤੇ ਜੇ ਜੁਡੀਸ਼ਰੀ ਦੇ ਕਿਸੇ ਜੱਜ ਨੂੰ ਹਟਾਉਣਾ, ਉਹਦੇ ਖਿਲਾਫ ਇੰਪੀਚਮੈਂਟ ਨੋਟਿਸ ਦੇਣਾ ਪੈਂਦਾ ਹੈ। ਬਿਲਕੁਲ ਹਾਈ ਜੀ। ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਇੰਪੀਚਮੈਂਟ ਦਾ ਨੋਟਿਸ ਪਾਰਲੀਮੈਂਟ ਜਾਂਦਾ ਹੈ। ਪਾਰਲੀਮੈਂਟ ਦੇ ਵਿੱਚੋਂ ਜੇ ਉਹ ਪਾਸ ਹੁੰਦਾ ਤਾਂ ਜਾ ਕੇ ਉਹਨੂੰ ਹਟਾਇਆ ਜਾ ਸਕਦਾ। ਉਹਨੂੰ ਦੇਸ਼ ਦਾ ਕਾਨੂੰਨ ਮੰਤਰੀ ਵੀ ਨਹੀਂ ਹਟਾ ਸਕਦਾ, ਠੀਕ ਹੈ ਉਹਨੂੰ ਜੀ। ਪ੍ਰਧਾਨ ਮੰਤਰੀ ਵੀ ਨਹੀਂ ਹਟਾ ਸਕਦਾ। ਜੀ ਜਿਹੜੇ ਸੁਬਾਰਡੀਨੇਟ ਜੱਜ ਹੈ ਉਹ ਸਿੱਧੇ ਹਾਈ ਕੋਰਟਾਂ ਦੇ ਮਤਹਿਤ ਹੈ। ਤੇ ਜੇ ਆਪਾਂ ਇਹ ਮੰਨ ਲਈਏ ਤਾਂ ਫਿਰ ਤਾਂ ਇਹ ਲੱਗਦਾ ਇਹ ਹੈ ਕਿ ਤੁਹਾਡੇ ਤੇ ਨਰਿੰਦਰ ਮੋਦੀ 'ਚ ਫਰਕ ਹੀ ਕੋਈ ਨਹੀਂ। ਬਿਲਕੁਲ ਨਰਿੰਦਰ ਜੀ। ਮੋਦੀ ਹੋਰਾਂ ਦੇ ਖਿਲਾਫ ਇਹ ਇਲਜ਼ਾਮ ਲੱਗਦਾ ਕਿ 2014 ਤੋਂ ਜਦੋਂ ਤੋਂ ਇਹ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਇਹ ਸਰਕਾਰ ਨੇ ਕੰਸਟੀਟਿਊਸ਼ਨਲ ਜਿਹੜੀਆਂ ਇੰਸਟੀਟਿਊਸ਼ਨਸ ਹੈ, ਸੰਸਥਾਵਾਂ ਹੈ, ਉਹਨਾਂ ਦਾ ਪੱਠਾ ਬਹਾਤਾ। ਬਿਲਕੁਲ ਉਹਨਾਂ ਦੇ ਜੀ। ਉੱਤੇ ਇੱਕ ਤਰੀਕੇ ਨਾਲ ਕਬਜ਼ਾ ਕਰ ਲਿਆ। ਉੱਥੇ ਜੀ। ਆਪਣੇ ਬੰਦੇ ਭਰਤੀ ਕਰ ਲਏ, ਚੋਰ ਦਰਵਾਜ਼ੇ ਉਹਨਾਂ ਤੋਂ ਕੰਮ ਕਰਵਾਏ ਜਾ ਰਹੇ ਆ, ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਕਿਉਂਕਿ ਕੇਂਦਰ ਸਰਕਾਰ ਹੈ। ਜੀ ਲੇਕਿਨ ਸੂਬਾ ਸਰਕਾਰ ਕੋਲ ਤਾਂ ਇਹ ਅਧਿਕਾਰ ਹੀ ਹੈ ਨਹੀਂ, ਹੱਕ ਹੀ ਹੈ ਨਹੀਂ। ਤੁਸੀਂ ਜੁਡੀਸ਼ਰੀ ਦੇ ਵਿੱਚ ਬਿਲਕੁਲ। ਦਖਲਅੰਦਾਜ਼ੀ ਕਿਵੇਂ ਦੇ ਸਕਦੇ ਹੋ? ਤੇ ਜੇ ਜੀ। ਤੁਹਾਡੀ ਇੰਨੀ ਪਹੁੰਚ ਸੀ, ਤੇ ਕੱਲ ਬਠਿੰਡਾ ਦੀ ਅਦਾਲਤ ਦੇ ਵਿੱਚੋਂ ਇੱਕ ਵਜ਼ੀਰ ਸਮੇਤ ਤੁਹਾਡੇ ਕਈ ਜਿਹੜੇ ਹੈਗੇ MLA ਉਹ ਬਰੀ ਹੋਏ ਹੈ, ਫਿਰ ਉਹਨਾਂ ਨੂੰ ਕਹਿੰਦੇ ਅਦਾਲਤ 'ਚ ਨਾ ਜਾਇਓ। ਠੀਕ ਹੈ ਜੀ। ਉੱਥੋਂ ਹੀ ਹੁਕਮ ਦੇ ਦਿੰਦੇ ਵੀ ਆਪਣੇ ਜੇ ਇੱਥੇ ਚੰਡੀਗੜ੍ਹ ਆ ਜਾਣਗੇ ਜੀ ਹੁਕਮ, ਵੀ ਸਾਨੂੰ ਤਾਂ ਤੁਹਾਨੂੰ ਬਰੀ ਕਰਤਾ। ਅਦਾਲਤ ਦੇ ਵਿੱਚੋਂ ਕੱਲ ਹੱਥ ਕਿਉਂ ਨਹੀਂ ਖੜੇ ਸੀ? ਜੀ ਦੇਸ਼ ਦਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਹੁੰਦਾ ਸੀ, ਅੱਛਾ ਜੀ। ਉਦੋਂ ਉਹਨਾਂ ਦੀ ਸਰਕਾਰ ਘੱਟ ਗਿਣਤੀ ਚਲੀ ਗਈ ਸੀ। ਠੀਕ ਹੈ ਜੀ। ਉਸ ਸਰਕਾਰ ਨੂੰ ਬਚਾਉਣ ਵਾਸਤੇ ਝਾਰਖੰਡ ਮੁਕਤੀ ਮੋਰਚੇ ਦੇ ਤੇ ਕੁਝ ਹੋਰ MPਆਂ ਦੀ ਖਰੀਦੋ ਫਰੋਖਤ ਹੋਈ ਸੀ। ਠੀਕ ਹੈ ਜੀ। ਮਾਮਲਾ ਹਾਈਲਾਈਟ ਹੋ ਗਿਆ। ਜੀ ਉਹ ਮਾਮਲਾ ਹਾਈਲਾਈਟ ਇੰਨਾ ਜ਼ਿਆਦਾ ਹੋ ਗਿਆ ਕਿ ਮੁਕੱਦਮਾ ਦਰਜ ਹੋ ਗਿਆ, ਅੱਛਾ ਜੀ। ਔਰ ਉਸ ਮੁਕੱਦਮੇ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਪੇਸ਼ੀਆਂ ਭੁਗਤਣ ਜਾਂਦਾ ਹੁੰਦਾ ਸੀ ਅਦਾਲਤ ਦੇ ਵਿੱਚ। ਤੇ ਅੱਛਾ ਜੀ। ਇੱਕ ਵਾਰੀ ਹੋਇਆ ਕੀ ਸੀ ਕਿ ਨਰਸਿਮਹਾ ਰਾਓ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਅਦਾਲਤ ਦੇ ਵਿੱਚ ਗਿਆ ਪੇਸ਼ੀ ਭੁਗਤਣ ਵਾਸਤੇ, ਜੀ ਉਹਦੇ ਜੇਬ ਦੇ ਵਿੱਚ ਮੋਬਾਈਲ ਫੋਨ ਸੀ। ਅੱਛਾ ਜੀ। ਹਾਲਾਂਕਿ ਉਹ ਵੇਖਣ ਨੂੰ ਅਗਲਾ ਕਹੂਗਾ ਕਿ ਮੋਬਾਈਲ ਫੋਨ ਇਹ ਕਿਵੇਂ ਆ, ਉਦੋਂ ਮੋਬਾਈਲ ਫੋਨ ਪ੍ਰਾਈਮ ਮਿਨਿਸਟਰ ਕੋਲੇ ਹੁੰਦਾ ਸੀ ਸੈਟੇਲਾਈਟ ਸਿਸਟਮ ਦੇ ਰਾਹੀਂ। ਠੀਕ ਹੈ ਉਹਦਾ ਜੀ। ਮੋਬਾਈਲ ਫੋਨ ਖੜਕਿਆ, ਤੇ ਨਾਲ ਦੀ ਨਾਲ ਜਿਹੜਾ ਤੀਜੇ ਦਰਜੇ ਦਾ ਮੈਜਿਸਟ੍ਰੇਟ ਸੀ, ਉਹਨੇ ਉਹਦੇ ਵਕੀਲ ਨੂੰ ਕਿਹਾ ਸੀ ਕਿ ਆਪਣੇ ਕਲਾਇੰਟ ਨੂੰ ਕਹੋ ਅੱਗੇ ਤੋਂ ਮੋਬਾਈਲ ਨਾ ਲੈ ਕੇ ਆਵੇ ਅਦਾਲਤ 'ਚ। ਅੱਛਾ ਜੀ। ਆਪਣੇ ਕਲਾਇੰਟ ਨੂੰ ਕਹੋ। ਪ੍ਰਧਾਨ ਮੰਤਰੀ ਹੱਥ ਬੰਨੀ ਖੜਾ ਸੀ। ਜੀ ਇਹ ਹੁਣ ਕਹਿੰਦੇ ਜੀ ਸਾਡੀ Okay। ਸਰਕਾਰ ਆ ਗਈ ਤੇ ਅਸੀਂ ਸਾਰਾ ਕੁਝ ਕਰਤਾ। ਤੁਹਾਡੀ ਸਰਕਾਰ ਨੇ ਕੀਤਾ ਕੀ ਹੈ? ਦੂਜੀ ਗੱਲ, ਬਿਲਕੁਲ। ਜਿਹੜੇ ਚਰਨਜੀਤ ਸਿੰਘ ਬਰਾੜ ਹੈ, ਅਕਾਲੀ ਦਲ ਦੇ ਲੀਡਰ ਹੈ, ਜੀ ਉਹ ਕਹਿੰਦੇ ਜੀ ਦੇਖੋ ਕਾਂਗਰਸ ਨੇ ਪੱਠਾ ਬਹਾਤਾ, ਕਾਂਗਰਸ ਨੇ ਰੌਲਾ ਪਾਇਆ, ਤਾਂ ਕਹਿੰਦੇ ਜਿਹੜੇ 3 ਮੁੱਢਲੇ ਕੇਸ ਸੀ, ਗੁਰੂ ਅੱਛਾ ਗ੍ਰੰਥ ਜੀ। ਸਾਹਿਬ ਦੀ ਚੋਰੀ ਤੋਂ ਲੈ ਕੇ ਬੇਅਦਬੀ ਤੱਕ ਤੇ ਇਸ਼ਤਿਹਾਰਾਂ ਵਾਲੇ, ਉਹ 3 ਮੁੱਢਲੇ ਕੇਸ ਸਾਡੀ ਸਰਕਾਰ ਨੂੰ ਮਜਬੂਰੀ ਬਸ CBI ਨੂੰ ਦੇਣੇ ਪੈ ਗਏ। ਜੀ ਜੇ ਕਹਿੰਦੇ ਕਾਂਗਰਸ ਪਾਰਟੀ ਰੌਲਾ ਨਾ ਪਾਉਂਦੀ, CBI ਨੂੰ ਨਾ ਭੇਜਦੇ, ਤੇ ਪੰਜਾਬ ਦੀ ਪੁਲਿਸ ਨਹੀਂ ਹੱਲ ਕਰ ਲੈਣਾ ਸੀ। ਇਹ ਕ੍ਰੈਡਿਟ ਤਾਂ ਸਾਡਾ ਜਾਂਦਾ ਜੀ, ਕਿਉਂਕਿ ਕਹਿੰਦੇ ਕਮੇਟੀ ਸਾਡੀ ਬਣੀ ਸੀ। ਅੱਛਾ ਜੀ। ਚਰਨਜੀਤ ਸਿੰਘ ਬਰਾੜ ਭੁੱਲਦੇ ਆ ਕਿ ਜਦੋਂ ਚਲਾਨ ਪੇਸ਼ ਹੋਇਆ ਉਦੋਂ ਤੁਹਾਡੀ ਸਰਕਾਰ ਤਾਂ ਰੁਖਸਤ ਹੋ ਗਈ ਸੀ। ਜੀ ਬਾਦਲ ਸਾਹਿਬ ਤਾਂ ਘਰ ਚਲੇ ਗਏ ਸੀਗੇ। ਠੀਕ ਔਰ ਹੈ ਜੀ। ਇਹ ਮਾਮਲਾ ਜਿਹੜਾ ਹੈਗਾ ਇਹ ਉਸ ਸਰਕਾਰ ਵੇਲੇ ਨਹੀਂ ਪੇਸ਼, ਚਲਾਨ ਮਗਰੋਂ ਪੇਸ਼ ਹੋਇਆ ਹੈ। ਬਾਅਦ ਦੇ ਵਿੱਚ ਇਹ ਬੰਦੇ ਜਿਹੜੇ ਹੈਗੇ ਇਹਨਾਂ ਦੇ ਖਿਲਾਫ ਕੇਸ ਜਿਹੜਾ ਚੱਲਿਆ, ਲੰਬਾ ਚੱਲਿਆ, ਬਹੁਤ ਲੰਬਾ ਚੱਲਿਆ। ਹਾਂ, ਜੇ ਆਪਾਂ ਗੱਲ ਕਰੀਏ ਕਿ ਤੁਹਾਨੂੰ ਕ੍ਰੈਡਿਟ ਵਾਲੀ ਗੱਲ ਜਾਂਦੀ ਹੈ, ਤਾਂ ਫਿਰ ਕ੍ਰੈਡਿਟ ਤੁਹਾਨੂੰ ਇਹ ਜਾਣਾ ਚਾਹੀਦਾ ਸੀ ਕਿ ਜਦੋਂ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਰੈਜੂਲੇਸ਼ਨ ਪਾਸ ਕੀਤਾ ਸੀ, ਜੀ ਜਿਹੜੀ ਬੇਅਦਬੀ ਨਾਲ ਸੰਬੰਧਿਤ ਜਿਹੜਾ 295(1) ਦਾ ਜੁਰਮ ਹੈ, ਅੱਛਾ ਉਹਦੇ ਜੀ। ਵਿੱਚ ਵਾਧਾ ਕਰ ਦਿੱਤਾ ਸੀ। 295 ਜਿਹੜੀ IPC ਦੇ ਵਿੱਚ ਵੀ ਪੰਜਾਬ ਦੇ ਵਿੱਚ ਅਮੈਂਡਮੈਂਟ ਕਰਤੀ ਸੀ, CRPC ਦੇ ਵਿੱਚ ਵੀ ਅਮੈਂਡਮੈਂਟ ਕਰਤੀ ਸੀ ਅੱਛਾ ਕਿ ਜੀ। ਇਹਨਾਂ ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਵੇ। ਲੇਕਿਨ ਜੀ। ਕੇਂਦਰ ਸਰਕਾਰ ਨੇ ਵਾਪਸ ਕਰ ਦਿੱਤਾ ਸੀ ਕਿ ਨਹੀਂ ਇਹ ਨਹੀਂ ਹੋ ਸਕਦੀ, ਉਮਰ ਕੈਦ ਜ਼ਿਆਦਾ ਸਜ਼ਾ ਹੈ।
ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਹਨਾਂ ਨੇ ਦੁਬਾਰਾ ਉਹਦੇ ਵਿੱਚ ਅਮੈਂਡਮੈਂਟ ਜਿਹੜੀ ਉਹਨਾਂ ਨੇ ਜੇ ਕੇਂਦਰ ਨੇ ਭੇਜਿਆ ਸੀ, ਕੇਂਦਰ ਨੇ ਲਿਖਿਆ ਸੀ ਸਜ਼ਾ ਜ਼ਿਆਦਾ ਹੈ, ਉਹਨਾਂ ਨੇ ਘਟਾ ਕੇ ਕਰਤੀ ਸੀ ਕਿ 295 AA ਇਹਦੇ ਵਿੱਚ ਜਿਹੜੀ ਹੈਗੀ ਹੈ 10 ਸਾਲ ਦੀ ਕੈਦ ਹੋਣੀ ਚਾਹੀਦੀ ਹੈ। ਅੱਛਾ ਜੀ। ਉਹ ਵੀ ਮਾਮਲਾ ਉਦੋਂ ਦਾ ਭੇਜਿਆ, ਗਵਰਨਰ ਨੇ ਵੀ ਉਹਦੇ ਤੇ ਸਹੀ ਪਾ ਦਿੱਤੀ ਸੀ। ਹਾਲੇ ਤੱਕ ਉਹ ਕੇਂਦਰ ਦੇ ਕੋਲੇ ਪਿਆ, ਰਾਸ਼ਟਰਪਤੀ ਭਵਨ ਦੇ ਵਿੱਚ ਪਿਆ। ਠੀਕ ਹੈ ਜੀ। ਜੇ ਆਪਾਂ ਗੱਲ ਕਹੀਏ ਕਿ ਤੁਸੀਂ ਕੁਝ ਕਰਨਾ ਚਾਹੁੰਦੇ ਸੀ ਤਾਂ ਫਿਰ ਤੁਹਾਨੂੰ ਇਸ ਗੱਲ ਦੇ ਉੱਤੇ ਦਬਾਅ ਪਾਉਣਾ ਚਾਹੀਦਾ ਸੀ ਕਿ ਜੀ ਉਹ ਕਾਨੂੰਨ ਪਾਸ ਕਰੋ। ਹੁਣ ਇਹਨਾਂ ਬੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ 3 ਸਾਲਾਂ ਦੀ ਕੈਦ ਹੋਈ ਹੈ। ਕੈਦ ਹੋਈ 3 ਸਾਲਾਂ ਦੀ ਸਕਦੀ ਹੈ, 3 ਸਾਲਾਂ ਤੋਂ ਬਾਅਦ ਕੈਦ ਦਾ ਪ੍ਰਬੰਧ ਹੀ ਹੈ ਨਹੀਂ ਜੀ। ਤੇ ਜੇ ਤੁਸੀਂ ਸਾਰਿਆਂ ਨੇ ਰੌਲਾ ਪਾ ਕੇ ਉੱਥੋਂ ਕੁਝ ਕਰਵਾਇਆ ਹੁੰਦਾ ਭਲਿਓ ਮਾਨਸੋ, ਤਾਂ ਫਿਰ ਮਤਲਬ ਸਜ਼ਾ ਵੱਧ ਹੋ ਸਕਦੀ ਸੀ। ਲਓ ਜੀ, ਹੁਣ ਨਾਲ ਹੀ ਆ ਗਏ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ। ਠੀਕ ਹੈ ਜੀ। ਸੁਖਜਿੰਦਰ ਸਿੰਘ ਰੰਧਾਵਾ ਚੰਨੀ ਦੀ ਸਰਕਾਰ ਦੇ ਵਿੱਚ ਬਣੇ ਸੀ ਗ੍ਰਹਿ ਮੰਤਰੀ। ਉਦੋਂ ਪਹਿਲਾਂ ਇਹ ਗ੍ਰਹਿ ਮੰਤਰੀ ਨਹੀਂ ਸੀ ਜੀ। ਉਹ ਤੋਂ ਪਹਿਲਾਂ ਤਾਂ ਇਹ ਗ੍ਰਹਿ ਵਿਭਾਗ ਕੈਪਟਨ ਅਮਰਿੰਦਰ ਸਿੰਘ ਕੋਲੇ ਸੀ। ਉਹ ਕਹਿੰਦਾ ਜੀ ਆਮ ਆਦਮੀ ਪਾਰਟੀ ਵਾਲੇ ਆਪਣੀ ਪਿੱਠਾ ਪਈ ਥਪਥਪਾਈ ਜਾਂਦੇ, ਇਹ ਤਾਂ ਸਾਰਾ ਕੁਝ ਸਾਡੀ ਸਰਕਾਰ ਵਾਲੀ ਸਾਰਾ ਕੁਝ ਕੀਤਾ ਸੀ। ਆਪਾਂ ਮੰਨਦੇ ਕਿ ਜੇ ਇਹ ਸੁਹਿਰਦ ਹੋਣ, ਅੱਜ ਵੀ ਸੁਹਿਰਦ ਹੋਣ, ਆਮ ਆਦਮੀ ਪਾਰਟੀ ਵਾਲੇ, ਅਕਾਲੀ ਦਲ ਵਾਲੇ, ਕਾਂਗਰਸ ਪਾਰਟੀ ਵਾਲੇ, ਇਹ ਕੇਂਦਰ ਤੇ ਪ੍ਰੈਸ਼ਰ ਬਿਲਡ ਕਰਨ। ਅਜੇ ਤਾਂ ਮੁਕੱਦਮੇ ਹੋਰ ਵੀ ਪੈਂਡਿੰਗ ਪਏ ਜਿਨ੍ਹਾਂ ਦੇ ਫੈਸਲੇ ਆਉਣੇ। ਔਰ ਪਿਛਲੀ ਤਾਰੀਖ ਤੋਂ, ਪਿਛਲੀ ਡੇਟ ਤੋਂ, ਜਦੋਂ ਤੋਂ ਉਹ ਰੈਜੂਲੇਸ਼ਨ ਪਾਸ ਕਰਕੇ ਭੇਜੇ ਵੀ ਹੈ, ਅਮੈਂਡਮੈਂਟ ਕੀਤੀ ਵੀ ਹੈ ਕਾਨੂੰਨਾਂ 'ਚ, ਕੇਂਦਰ ਉਹਨਾਂ ਨੂੰ ਪ੍ਰਵਾਨਗੀ ਦੇ ਪੰਜਾਬ ਦੇ ਵਿੱਚ ਉਹਨਾਂ ਨੂੰ ਲਾਗੂ ਕੀਤਾ ਜਾਵੇ, ਤਾਂ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਅਗਾਂਹ ਨੂੰ ਜ਼ਿਆਦਾ ਸਜ਼ਾ ਹੋਵੇ। ਹਾਂ, ਆਪਾਂ ਨੂੰ ਇਹ ਮੰਨਣਾ ਪੈਣਾ ਹੈ ਕਿ ਪ੍ਰੋਸੀਕਿਊਸ਼ਨ ਨੂੰ ਇਸ ਗੱਲ ਦਾ ਕ੍ਰੈਡਿਟ ਜ਼ਿਆਦਾ ਹੈ। ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਵੀ ਪ੍ਰੋਸੀਕਿਊਸ਼ਨ ਨੇ ਕੰਮ ਕੀਤਾ, ਕੇਸ ਲੰਬੇ ਹੋ ਜਾਂਦੇ, ਕਿੰਨਾ ਚਿਰ ਜਿਹੜੇ ਲੰਮਕ ਜਾਂਦੇ ਆ ਕੇਸ। ਹੁਣ ਵਾਲੀ ਪ੍ਰੋਸੀਕਿਊਸ਼ਨ ਬ੍ਰਾਂਚ ਹੈ ਜਿਹੜੀ, ਉਹਨੇ ਵੀ ਚੰਗਾ ਕੰਮ ਕੀਤਾ ਹੈ। ਜਿਸ ਥਾਣੇਦਾਰ ਨੇ, ਜਿਸ ਆਈਓ ਨੇ ਉਹ ਜਾਂਚ ਕੀਤੀ ਹੈ, ਉਹਨੂੰ ਵੀ ਕ੍ਰੈਡਿਟ ਜਾਂਦਾ ਹੈ। ਲੇਕਿਨ ਪੋਲੀਟੀਕਲ ਬੰਦੇ ਜਿਹੜੇ ਹੈਗੇ ਆ, ਪੋਲੀਟੀਕਲ ਬੰਦੇ ਇੱਕ ਨਿੱਕੀ ਜੀ ਗੱਲ ਦਾ ਮਤਲਬ ਸ਼ਾਬਾਸ਼ੀ ਅਸੀਂ ਲੈਣੀ ਹੈ, ਉਸ ਪਾਸੇ ਨੂੰ ਪੈ ਜਾਂਦੇ ਹੈ। ਦੁਖਾਂਤ ਬਹੁਤ ਵੱਡਾ ਹੈ, ਦੁਖਾਂਤ ਨੂੰ ਸਮਝਣਾ ਚਾਹੀਦਾ ਹੈ। ਦੁਖਾਂਤ ਦੇ ਨਾਲ ਜਿਹੜਾ ਲੋਕਾਂ ਨੂੰ ਦਰਦ ਹੋਇਆ, ਜਿਹੜਾ ਲੋਕਾਂ ਦੇ ਜ਼ਖਮ ਹੋਇਆ, ਉਹਨਾਂ ਜ਼ਖਮਾਂ ਦੇ ਉੱਤੇ ਮਲਮ ਪੱਟੀ ਲਾਉਣੀ ਚਾਹੀਦੀ ਹੈ। ਜਿਹੜਾ ਜਲੂਸ ਨਾ ਕੱਢੋ ਜੀ। ਇਸ ਵੇਲੇ ਪੰਜਾਬ ਦੀ ਰਾਜਨੀਤਿਕ ਜਮਾਤ ਹੈ ਜਿਹੜੀ, ਰਾਜਨੀਤਿਕ ਜਮਾਤ ਦੇ ਵਿੱਚ 3 ਪਾਰਟੀਆਂ ਆ ਜਾਂਦੀਆਂ ਰਾਜ ਭਾਗ ਕਰਨ ਵਾਲੀਆਂ। ਇਹ ਰਾਜਨੀਤਿਕ ਜਿਹੜੀ ਜਮਾਤ ਹੈ ਇਹ ਆਪਣੇ ਆਪ ਦੇ ਵਿੱਚ ਜਲੂਸ ਕੱਢਦੀ ਤੇ ਰਹਿੰਦੀ ਖੂੰਦੀ ਕਸਰ ਕਰਤੀ ਸੀ। ਰਾਘਵ ਚੱਡੇ ਨੇ, ਚੀਮਾ ਸਾਹਿਬ ਤੋਂ ਬਾਅਦ ਰਾਘਵ ਚੱਡਾ ਕਹਿੰਦਾ ਜੀ ਭਗਵੰਤ ਮਾਨ ਦੀ ਸਰਕਾਰ ਆ ਗਈ ਤਾਂ ਸਾਰਾ ਕੁਝ। ਕਿਆ ਕਮਾਲ ਹੈ, ਮਤਲਬ ਝੂਠ ਨੂੰ ਸੱਚ ਬਣਾ ਕੇ ਵੇਚਣ ਦਾ ਕਿੰਨਾ ਵਧੀਆ ਤਰੀਕਾਕਾਰ ਹੈ ਕਿ ਜੀ ਅਸੀਂ ਇਹ ਸਾਰਾ ਕੁਛ ਹੀ ਕਰਤਾ। ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਇਹ ਇੱਕ ਸਿਰਫ ਤੇ ਸਿਰਫ ਕ੍ਰੈਡਿਟ ਦੀ ਵਾਰ ਹੈ। ਕੰਮ ਅਦਾਲਤਾਂ ਨੇ ਕੀਤਾ ਹੈ, ਜਿਹਨੇ ਜੁਰਮ ਕੀਤਾ ਉਹਨੂੰ ਸਜ਼ਾ ਹੋਣੀ ਹੈ। ਹਾਂ, ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਪਿੱਛੇ ਗੈਪ ਪਿਆ ਸੀ ਜੀ, ਜਿਹੜੀ ਹੁਣ ਇਹਨਾਂ ਨੇ ਕ੍ਰੈਡਿਟ ਦਿੱਤੀ ਹੈ, ਤੁਹਾਡੀ ਮੁਕੰਮਲ ਇਨਵੈਸਟੀਗੇਸ਼ਨ ਦਿੱਤੀ ਹੈ ਬੇਅਦਬੀ ਦੇ ਕੇਸਾਂ ਦੀ, ਉਹਦੇ ਵਿੱਚ ਤਾਂ ਕਿਤੇ ਪੋਲੀਟੀਕਲ ਲੀਡਰਸ਼ਿਪ ਦਾ ਨਾਂ ਹੀ ਹੈ ਨਹੀਂ, ਨਾ ਉਹਦੇ ਵਿੱਚ ਪੁਲਿਸ ਅਫਸਰਾਂ ਦਾ ਨਾਂ ਹੈ ਜਿਨ੍ਹਾਂ ਨੇ ਸਾਰਾ ਕੁਝ ਖੁਰਦ-ਬੁਰਦ ਕੀਤਾ ਹੈ। ਅਜੇ ਤੱਕ ਵੀ ਜਿਹੜੀ ਹੈਗੀ ਹੈ ਸਪਲੀਮੈਂਟਰੀ ਚਲਾਨ ਦਿੱਤਾ ਜਾ ਸਕਦਾ, ਕਿਉਂ ਨਹੀਂ ਦਿੰਦੇ? ਤੁਸੀਂ ਇਹਦੇ 'ਤੇ ਦੇ ਕੇ ਦਿਖਾਓ। ਠੀਕ ਹੈ ਜੀ, ਫਿਰ ਤਾਂ ਪਤਾ ਲੱਗੇ ਕਿ ਹਾਂ ਤੁਸੀਂ ਕੁਝ ਕਰਦੇ ਹੋ। ਵੀ ਉਹਨਾਂ ਨੇ ਨਹੀਂ ਸੀ ਕੀਤਾ, ਤੁਸੀਂ ਕਰਤਾ ਜੀ। ਅੱਜ ਵੀ ਇਹ ਸਪਲੀਮੈਂਟਰੀ ਚਲਾਨ ਦੇਣ ਕਿ ਪੋਲੀਟੀਕਲ ਲੀਡਰਸ਼ਿਪ ਦੀ ਕੀ ਗਲਤੀ ਹੈ। ਸੀਨੀਅਰ ਪੁਲਿਸ ਅਫਸਰਾਂ ਨੇ ਜਿਨ੍ਹਾਂ ਨੇ ਐਵੀਡੈਂਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਖਤਮ ਕੀਤੀ ਹੈ, ਉਹਨਾਂ ਦੇ ਖਿਲਾਫ ਤੁਸੀਂ ਕੀ ਕਾਰਵਾਈ ਕਰਦੇ ਆ? ਇਹ ਚੀਜ਼ ਜਿਹੜੀ ਹੈਗੀ ਹੈ, ਇਹ ਸਵਾਲ ਮੂੰਹ ਅੱਡੀ ਖੜੋਤਾ, ਇਹਦਾ ਜਵਾਬ ਚਾਹੀਦਾ। ਬਿਲਕੁਲ ਜੀ ਜੀ। ਸੋ ਵਾਕਈ ਜੀ ਇਹ ਸਵਾਲ ਵੱਡੇ ਨੇ ਤੇ ਇਸ ਨਾਲ ਹੀ ਜਿਹੜੀ ਹੈ ਪੋਲੀਟੀਕਲ ਜਿਹੜੇ ਪਾਰਟੀਜ਼ ਨੇ, ਅਸੀਂ ਆਸ ਕਰਦੇ ਹਾਂ ਕਿ ਉਹ ਵੀ ਸਮਝਣ ਕਿ ਕਿੱਥੇ ਉਹਨਾਂ ਨੂੰ ਕ੍ਰੈਡਿਟ ਲੈਣਾ ਚਾਹੀਦਾ ਤੇ ਕਿੱਥੇ ਜਿਹੜੇ ਨੇ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਲਗਾਉਣੇ ਨਾਲ ਜਾਇਜ਼ ਹੁੰਦੇ ਨੇਗੇ, ਕਿਉਂਕਿ ਹਰ ਗੱਲ ਦੇ ਉੱਤੇ ਹਰ ਇੱਕੋ ਜਿਹੜੀ ਰਣਨੀਤੀ ਹੈ ਉਹ ਸਹੀ ਨਹੀਂ ਹੁੰਦੀ। ਤੇ ਹੁਣ ਅਸੀਂ ਅਗਲੀ ਖਬਰ ਜਿਹੜੀ ਲੈਣੀ ਚਾਹਾਂਗੇ ਜੀ, ਉਹ ਖਬਰ ਹੈ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਰੇ। ਸੋ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਕੱਲ੍ਹ ਆਪਣੀ ਦੁਬਾਰਾ ਜਿਹੜੀ ਹੈ ਸ਼ਾਦੀ ਰਚਾਈ ਹੈ, ਵਿਆਹ ਜਿਹੜਾ ਹੈ ਵਿਵਾਹਿਕ ਜੀਵਨ ਦੁਬਾਰਾ ਤੋਂ ਸ਼ੁਰੂ ਕੀਤਾ ਹੈ। ਪਰ ਇਸ ਸਭ ਦੇ ਸਿਆਸੀ ਸਮੀਕਰਨ ਕੀ ਨੇ ਜੀ? ਜੀ, ਪਹਿਲੀ ਗੱਲ ਤਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਤੇ ਬੀਬਾ ਡਾਕਟਰ ਗੁਰਪ੍ਰੀਤ ਹੋਰਾਂ ਨੂੰ ਜੀ ਮੁਬਾਰਕਬਾਦ ਦੇਵਾਂਗੇ, ਉਹਨਾਂ ਨੇ ਸ਼ਾਦੀ ਰਚਾਈ ਹੈ। ਬਿਲਕੁਲ ਜੀ, ਅਸੀਂ ਵੀ। ਬਾਲਗ ਮਰਦ ਦਾ ਔਰਤ ਦਾ ਵਿਆਹ ਕਰਵਾਉਣਾ ਉਹਨਾਂ ਦਾ ਰਾਈਟ ਹੈ, ਉਹਨਾਂ ਦਾ ਹੱਕ ਆ, ਉਹ ਕਰਵਾ ਸਕਦੇ ਹੈ ਜੀ। ਇਸ ਮਾਮਲੇ 'ਚ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ ਕਿ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਸ਼ਾਦੀ ਪਹਿਲਾਂ ਹੋਈ ਸੀ, ਬਹੁਤ ਵਧੀਆ ਜੀਵਨ ਬਤੀਤ ਕਰਦੇ ਸੀ, 2 ਬੱਚੇ ਸੀ ਉਹਨਾਂ ਦੇ। ਕਿਸੇ ਮਾਮਲੇ ਨੂੰ ਲੈ ਕੇ ਇਹਨਾਂ ਦੇ ਆਪਸੀ ਵਿਚਾਰਾਂ ਦੇ ਵਿੱਚ ਕੋਈ ਫਰਕ ਪੈ ਗਿਆ ਔਰ ਦੋਵਾਂ ਤਰ੍ਹਾਂ ਨੇ ਸਹਿਮਤੀ ਨਾਲ ਸਰਦਾਰ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਪਹਿਲੀ ਵਾਈਫ ਹੈ ਜਿਹੜੀ, ਉਹਨਾਂ ਨੇ ਸਹਿਮਤੀ ਨਾਲ ਕਹਿਤਾ ਕਿ ਆਪਣੀ ਨਿਭਦੀ ਨਹੀਂ, ਕਿਉਂ ਨਾ ਆਪਾਂ ਅਦਾਲਤ ਜਾ ਕੇ ਤਲਾਕ ਲੈ ਲਈਏ, ਤੇ ਦੋਨਾਂ ਨੇ ਜਾ ਕੇ ਤਲਾਕ ਲੈ ਲਿਆ ਸੀ। ਠੀਕ ਹੈ ਜੀ। ਉਦੋਂ ਤੋਂ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਤਲਾਕਸ਼ੁਦਾ ਬੀਵੀ ਤੇ ਉਹਦੇ ਦੋਨੋਂ ਬੱਚੇ ਜਿਹੜੇ ਅਮਰੀਕਾ 'ਚ ਰਹਿੰਦੇ ਹੈ,
ਭਗਵੰਤ ਸਿੰਘ ਮਾਨ ਹੋਰਾਂ ਨੇ ਜਿਸ ਵੇਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ, ਦੋਨੋਂ ਬੱਚੇ ਸਹੁੰ ਚੁੱਕ ਸਮਾਗਮ ਦੇ ਵਿੱਚ ਆਏ ਸੀ ਔਰ ਦੋਨੇ ਤਰ੍ਹਾਂ ਉਹਦੀਆਂ ਬਹੁਤ ਵਧੀਆ ਸੈਟੀਸਫਾਈਡ ਸੀ ਵੀ ਹਾਂ ਠੀਕ ਹੈ। ਲੱਗਦਾ ਉਦੋਂ ਇਹ ਸੀ ਕਿ ਜਿਹੜਾ ਪਰਿਵਾਰਕ ਕਲੇਸ਼ ਆ ਸ਼ਾਇਦ ਇਹ ਮੁੱਕ ਜੇ, ਪਰ ਇਹ ਅਚਨਚੇਤ 2 ਦਿਨ ਪਹਿਲਾਂ ਹੀ ਅਨਾਉਂਸਮੈਂਟ ਹੁੰਦੀ ਹੈ ਕਿ ਭਗਵੰਤ ਸਿੰਘ ਮਾਨ ਹੋਰੀ ਸ਼ਾਦੀ ਕਰ ਰਹੇ ਤੇ ਉਹ ਸ਼ਾਦੀ ਹੋ ਗਈ ਜੀ। ਇਸ ਕਰਕੇ ਅਸੀਂ ਸ਼ਾਦੀ ਦੀ ਮੁਬਾਰਕਬਾਦ ਦਿੰਦੇ ਹਾਂ। ਹੁਣ ਇਹ ਸ਼ਾਦੀ ਦੇ ਰਾਜਨੀਤਿਕ ਅਰਥ ਕੀ ਹੈ? ਸ਼ਾਦੀ ਇੱਕ ਪ੍ਰਾਈਵੇਟ ਮਾਮਲਾ, ਲੇਕਿਨ ਸ਼ਾਦੀ ਦੇ ਨਾਲ ਨਾਲ ਜਿਹੜੀ ਹੈਗੀ ਹੈ ਬਹੁਤ ਕੁਝ ਰਾਜਨੀਤਿਕ ਕੁਝ ਵੀ ਹੋ ਵਾਪਰ ਰਹੇ ਜੀ। ਕੱਲ ਇਹ ਸ਼ਾਦੀ ਦੀ ਤਾਰੀਖ ਸੀ ਤੇ ਕੱਲ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਅੱਛਾ ਜੀ, ਪੰਜਾਬ ਸਰਕਾਰ ਵੱਲੋਂ ਜੀ। ਨੋਟੀਫਿਕੇਸ਼ਨ ਜਾਰੀ ਕੌਣ ਕਰਦੇ ਆ? ਮੇਰਾ ਖਿਆਲ ਹੈ ਵੀ ਪਰਸੋਂ ਹੀ ਚੀਫ ਸੈਕਟਰੀ ਦੀ ਨਿਯੁਕਤੀ ਹੁੰਦੀ ਹੈ, 2 ਦਿਨ ਪਹਿਲਾਂ ਹੀ ਹੁੰਦੀ ਹੈ ਚੀਫ ਸੈਕਟਰੀ ਦੀ ਕਿ ਜਜੂਗਾ ਦੀ ਨਿਯੁਕਤੀ। ਜੀ। ਨਿਯੁਕਤੀ ਤੋਂ ਬਾਅਦ ਮੇਰਾ ਖਿਆਲ ਹੈ ਜਿਹੜਾ ਪਹਿਲਾ ਨੋਟੀਫਿਕੇਸ਼ਨ ਆਇਆ ਹੈ ਹੀ ਪਹਿਲਾ ਨੋਟੀਫਿਕੇਸ਼ਨ ਇਹ ਕੀ ਹੈ? ਪਹਿਲਾ ਨੋਟੀਫਿਕੇਸ਼ਨ ਪਹਿਲਾ ਨੋਟੀਫਿਕੇਸ਼ਨ ਇਹ ਗੱਲ ਕਹਿੰਦੇ ਹੈ ਕਿ ਪੰਜਾਬ ਦੇ ਵਿੱਚ ਇੱਕ ਸਲਾਹਕਾਰ ਜਿਹੜੀ ਸਰਕਾਰ ਨੂੰ ਸਲਾਹ ਦੇਣ ਵਾਸਤੇ ਇੱਕ ਕਮੇਟੀ ਦਾ ਗਠਨ ਕਰਨਾ, ਇੱਕ ਕੌਂਸਲ ਦਾ ਗਠਨ ਕਰਨਾ। ਬਿਲਕੁਲ ਜੀ। ਉਹ ਜਿਹੜੀ ਹੈਗੀ ਉਹਨਾਂ ਨੇ ਉਹ ਗੱਲ ਕਰ ਦਿੱਤੀ ਹੈ ਕਿ ਕੌਣ ਹੋਣਗੇ ਉਹਦੇ ਵਿੱਚ, ਉਸ ਕਮੇਟੀ 'ਚ ਕੌਣ ਹੋਣਗੇ, ਅਜੇ ਤੱਕ ਨਾਂ ਨਹੀਂ ਆ ਰਹੇ। ਲੇਕਿਨ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਤੇ ਜੋ ਅਤੀਤ ਦਾ ਤਜਰਬਾ, ਬੀਤੇ ਦਾ ਤਜਰਬਾ, ਉਹ ਲੱਗਦਾ ਕਿ ਗੱਲ ਕੁਛ ਗੜਬੜ ਹੈ। ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ ਜਿਹੜੀਆਂ ਟੋਟਲ 7 ਸੀਟਾਂ ਰਾਜ ਸਭਾ ਦੀਆਂ ਜੀ ਤੇ ਚੰਗੇ ਭਾਗੀ ਇਹ 7 ਦੀਆਂ 7 ਸੀਟਾਂ ਦੀ ਚੋਣ ਉਦੋਂ ਆ ਗਈ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤਾਕਤ 'ਚ ਹੈ। ਨਾ ਸਿਰਫ ਤਾਕਤ ਦੇ ਵਿੱਚ ਹੈ, ਇਹਨਾਂ ਦੇ ਕੋਲੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪ੍ਰਚੰਡ ਬਹੁਮਤ ਹੈ ਜੀ। 92 MLA ਇਹਨਾਂ ਦੇ। 5 ਸੀਟਾਂ ਦੀ ਇਲੈਕਸ਼ਨ ਪਹਿਲਾਂ ਆ ਗਈ ਸੀ, 2 ਦੀ ਮਗਰੋਂ ਆ ਗਈ ਸੀ। 7 ਦੀਆਂ 7 ਸੀਟਾਂ ਉਹਨਾਂ ਦੀ ਝੋਲੀ 'ਚ ਪੈ ਗਈਆਂ ਜੀ। ਹੁਣ 7 ਸੀਟਾਂ ਦੇ ਲਈ ਪੰਜਾਬ ਦੀ ਨੁਮਾਇੰਦਗੀ ਕਰਨ ਵਾਸਤੇ ਬੰਦੇ ਕੌਣ-ਕੌਣ ਹੈ? 2 ਬੰਦੇ ਤਾਂ ਸਿੱਧੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਹੈ, ਪੰਜਾਬ ਨਾਲ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ। ਇੱਕ ਦਾ ਨਾਂ ਰਾਘਵ ਚੱਡਾ ਹੈ, ਦੂਜੇ ਦਾ ਨਾਂ ਸੰਦੀਪ ਪਾਠਕ ਜੀ। ਬਿਲਕੁਲ 2 ਬੰਦੇ ਪੰਜਾਬ ਦੇ ਕਾਰੋਬਾਰੀ ਹੈ, ਇੱਕ ਲਵਲੀ ਯੂਨੀਵਰਸਿਟੀ ਦਾ ਮਾਲਕ, ਦੂਜਾ ਇੱਕ ਠੇਕੇਦਾਰ ਆ ਲੁਧਿਆਣੇ ਦਾ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਪੰਜਾਬ ਦੀ ਰਾਜਨੀਤੀ ਨਾਲ। ਨਾ ਉਹ ਰਾਜਨੀਤਿਕ ਬੰਦੇ ਹੈਗੇ ਆ, ਉਹ ਕਾਰੋਬਾਰੀ ਬੰਦੇ ਜੀ। ਔਰ ਕਾਰੋਬਾਰੀ ਬੰਦੇ ਜਿਹੜੇ ਹੈਗੇ ਆ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਲੈਣਗੇ, ਸੰਭਵ ਵੀ ਨਹੀਂ, ਕਿਉਂਕਿ ਪੰਜਾਬ ਦੇ ਹਿੱਤਾਂ ਦਾ ਟਕਰਾਅ ਕੇਂਦਰ ਨਾਲ ਹੈ ਤੇ ਕੇਂਦਰ ਦੇ ਕੋਲੇ ਈਡੀ ਹੈ, ਕੇਂਦਰ ਦੇ ਕੋਲੇ ਇਨਕਮ ਟੈਕਸ ਆ। ਕਾਰੋਬਾਰੀ ਬੰਦੇ ਦੀ ਜਦੋਂ ਮਰਜ਼ੀ ਆ ਬੜਾ ਬਾਹ ਮਰੋੜ ਲਓ, ਤੁਹਾਡਾ ਮੇਰਾ ਕੀ ਕਰ ਲੈਣਗੇ? ਨਾ ਤੇਰੀ ਮੋਟਰ ਚੱਲਦੀ ਹੈ, ਨਾ ਮੇਰੀ ਕੋਈ ਗੱਡੀ ਚੱਲਦੀ ਹੈ, ਆਪਣਾ ਕੀ ਕਰ ਲੈਣਗੇ? ਬਿਲਕੁਲ ਜੀ। ਆਪਾਂ ਨੰਗ ਮਲੰਗ, ਆਪ ਨੰਗ ਬਾਪ ਨੰਗ, ਤੀਜੇ ਨੰਗ ਨਾਨਕੇ, ਸਾਡਾ ਕੀ ਕਰਨਗੇ? ਜਿਹੜੇ ਕਾਰੋਬਾਰੀ ਬੰਦੇ ਹੁੰਦੇ ਇਨਕਮ ਟੈਕਸ ਦਾ, ਈਡੀ ਦਾ ਡਰ ਉਹਨਾਂ ਨੂੰ ਹੁੰਦਾ। ਜਿਵੇਂ ਭਗਵੰਤ ਮਾਨ ਕਹਿੰਦਾ ਮੇਰਾ ਕੀ ਕਰ ਲੈਣਗੇ, ਮੇਰਾ ਕਿਹੜਾ ਕੋਈ ਕਾਰੋਬਾਰ ਹੈ? ਬਿਲਕੁਲ ਠੀਕ ਹੈ। ਇੱਕ ਆ ਗਿਆ ਜੀ ਉਹਨਾਂ ਚੋਂ ਹਰਭਜਨ ਸਿੰਘ, ਉਹ ਕ੍ਰਿਕਟਰ ਹੈ। ਉਹ ਤੋਂ ਬਾਅਦ 2 ਸੀਟਾਂ ਦੀ ਮਗਰੋਂ ਚੋਣ ਹੁੰਦੀ, ਉਹਨਾਂ ਦੇ ਵਿੱਚੋਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬੰਦਾ ਪੰਜਾਬ ਦੀ ਨੁਮਾਇੰਦਗੀ ਕਰ ਸਕਦਾ, ਠੀਕ ਤਰੀਕੇ ਨਾਲ ਬੋਲ ਸਕਦਾ, ਕਾਹਦੇ ਵਾਸਤੇ? ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਵਾਸਤੇ। ਉਹਦਾ ਨਾਂ ਹੈਗਾ ਸੰਤ ਬਲਵੀਰ ਸਿੰਘ ਸੀਚੇਵਾਲ। ਔਰ ਇਹ ਗੱਲ ਬਿਲਕੁਲ ਇਮਤਿਹਾਨ ਸਾਹਮਣੇ ਆ ਗਿਆ ਉਹਨਾਂ ਦੇ ਵੀ, ਤੇ ਮੇਰੇ ਖਿਆਲ ਹੈ ਵੀ ਉਸ ਇਮਤਿਹਾਨ ਦੇ ਵਿੱਚੋਂ ਖਰੇ ਉਤਰਨਗੇ, ਕਿਉਂਕਿ ਜਿਹੜਾ ਮੱਤੇਵਾੜਾ ਜੰਗਲ ਹੈ ਉਹਨੂੰ ਉੱਥੇ ਜਿਹੜਾ ਪਾਰਕ ਬਣਾਉਣ ਦੀ, ਇੰਡਸਟਰੀਅਲ ਪਾਰਕ ਬਣਾਉਣ ਦੀ ਇੱਕ ਯੋਜਨਾ ਚੱਲ ਰਹੀ ਹੈ, ਉਹਦਾ ਵਿਰੋਧ ਹੋ ਰਿਹਾ। 10 ਤਾਰੀਖ ਨੂੰ ਉਹਦੀ ਇੱਕ ਉੱਥੇ ਜਿਹੜੀ ਹੈਗੀ ਆ ਵਿਰੋਧਤਾ ਵਾਲੀ ਮੀਟਿੰਗ ਹੋ ਰਹੀ ਹੈ, ਧਰਨਾ ਮਾਰਿਆ ਜਾ ਰਿਹਾ ਹੈ ਔਰ ਸੰਤ ਸੀਚੇਵਾਲ ਉਹਦੇ 'ਚ ਜਾ ਸਕਦੇ ਹੈ। ਵੈਸੇ ਵੀ ਸੰਤ ਸੀਚੇਵਾਲ ਹੋਰਾਂ ਦਾ ਬਿਆਨ ਆ ਗਿਆ ਕਿ ਮੈਂ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਹੂੰਗਾ, ਮੁੱਖ ਮੰਤਰੀ ਨੂੰ ਗੱਲ ਕਰੂੰਗਾ ਕਿ ਬੰਦ ਕਰੋ, ਵਾਤਾਵਰਨ ਦੇ ਨਾਲ ਖਿਲਵਾੜ ਨਾ ਕਰੋ। ਦੂਜੇ ਹੈਗੇ ਬਿਕਰਮ ਸਿੰਘ ਸਾਨੀ, ਬਿਲਕੁਲ ਉਹ ਦਿੱਲੀ ਦੇ, ਉਹਨਾਂ ਦਾ ਪੰਜਾਬ ਨਾਲ ਲੱਗਾ ਕੋਈ ਨਹੀਂ। ਇੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਰੂਰ ਹੈ, ਲੇਕਿਨ ਚੱਲਦੀ ਇੱਥੇ ਕਿਹਦੀ ਹੈ? ਦਿੱਲੀ ਵਾਲਿਆਂ ਦੀ। ਹੁਣ ਜਿਹੜੀ ਅਗਲੀ ਉਹ ਕਮੇਟੀ ਬਣਨੀ ਹੈ ਜਿਹਦਾ ਨੋਟੀਫਿਕੇਸ਼ਨ ਜਾਰੀ ਕਰਤਾ, ਉਹਦੇ 'ਚ ਕੀ ਹੋਊਗਾ? ਇੱਕ ਅਖਬਾਰ ਦੇ ਵਿੱਚ ਜਾਂ ਇੱਕ ਟੀਵੀ ਚੈਨਲ 'ਚ ਗੱਲ ਇਹ ਆ ਗਈ ਕਿ ਜੀ ਉਹ ਸ਼ਾਇਦ ਡਿਪਟੀ ਮੁੱਖ ਮੰਤਰੀ ਪੰਜਾਬ ਦਾ ਬਣਾ ਦੇਣ ਤੇ ਰਾਘਵ ਚੱਡੇ ਨੂੰ ਬਣਾ ਦੇਣ। ਉਹ ਸ਼ੋਸ਼ੇ ਛੱਡਣ ਵਾਲੇ ਹੁੰਦੇ, ਛਡਵਾਏ ਜਾਂਦੇ ਹੈ। ਇਹ ਪਹਿਲਾਂ ਖਬਰ ਚਲਵਾਈ ਗਈ ਤੇ ਹੁਣ ਉਹਨਾਂ ਦਾ ਖੰਡਨ ਆਈ ਜਾਂਦਾ ਕਿ ਪੰਜਾਬ 'ਚ ਡਿਪਟੀ ਮੁੱਖ ਮੰਤਰੀ ਦਾ ਬਣਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਡਿਪਟੀ ਮੁੱਖ ਮੰਤਰੀ ਕਿਉਂ ਬਣਾਉਣੇ ਜਦੋਂ ਸਾਰੀ ਪਾਵਰ ਹੀ ਉਹਨਾਂ ਦੇ ਕੋਲ ਹੋਰ ਤਰੀਕੇ ਨਾਲ ਹੈ? ਵੈਸੇ ਵੀ ਜੇ ਆਪਾਂ ਦੇਖੀਏ ਨਾਂ ਰਾਘਵ ਚੱਡੇ ਦਾ ਹੀ ਆ ਰਿਹਾ। ਇੱਕ ਅੰਗਰੇਜ਼ੀ ਅਖਬਾਰ ਨੇ ਲਿਖ ਵੀ ਦਿੱਤਾ ਕਿ ਜਿਹੜੀ ਉਹ ਕਮੇਟੀ ਬਣਾਉਣੀ, ਜਿਹੜੀ ਉਹ ਸਲਾਹਕਾਰ ਕਮੇਟੀ ਬਣਾਉਣੀ ਹੈ, ਉਹਦਾ ਮੁਖੀ ਜਿਹੜਾ ਉਹ ਰਾਘਵ ਚੱਡਾ ਹੋਊਗਾ। ਇਹ ਆ ਗਈ। ਵੈਸੇ ਵੀ ਜੇ ਆਪਾਂ ਦੇਖੀਏ ਤਾਂ ਰਾਘਵ ਚੱਡਾ ਹੀ ਰੂਲ ਕਰ ਰਿਹਾ ਪੰਜਾਬ ਦੇ ਵਿੱਚ। ਪੰਜਾਬ ਦੀ ਜੇ ਅਸੀਂ ਦੇਖੀਏ ਸਥਿਤੀ, ਪੰਜਾਬ ਦੇ ਵਿੱਚ ਜਿਹੜੇ ਬੰਦੇ ਸਿੱਧੇ ਤੌਰ ਤੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਹੇ ਆ ਆਮ ਆਦਮੀ ਪਾਰਟੀ ਨੂੰ, ਉਹ 2 ਆਦਮੀ ਹੈ ਜੀ। ਵੈਸੇ ਤਾਂ ਜਿਹੜਾ ਆਲ ਕੇਜਰੀਵਾਲ ਹੈ, ਪਰ ਜਿਹੜੇ ਚੋਰ ਦਰਵਾਜ਼ਿਓਂ ਕੰਮ ਕਰਨ ਵਾਲੇ ਬੰਦੇ ਆ 2 ਬੰਦੇ ਹੈ। ਜਿਹੜਾ ਤਾਂ ਬਿਊਰੋਕ੍ਰੇਸੀ ਨੂੰ ਡੀਲ ਕਰਨ ਵਾਲਾ ਬੰਦਾ, ਉਹਦਾ ਨਾਂ ਤਾਂ ਰਾਘਵ ਚੱਡਾ ਹੈ। ਬਿਲਕੁਲ ਜੀ। ਦੂਜੇ ਵਜ਼ੀਰ ਕਿਹਨੂੰ ਬਣਾਉਣੇ ਆ, MLA ਚੇਅਰਮੈਨ ਕਿਹਨੂੰ ਬਣਾਉਣਾ, ਕੀ ਕੁਛ ਕਰਨਾ, ਇਹ ਸੰਦੀਪ ਪਾਠਕ ਕੰਮ ਕਰਦਾ, ਜਿਹੜੇ ਦੋਨੇ ਰਾਜ ਸਭਾ ਦੇ ਮੈਂਬਰ ਆ ਪੰਜਾਬ ਤੋਂ। ਠੀਕ ਹੈ ਦੋਨੋਂ ਬਾਹਰਲੇ, ਲੇਕਿਨ ਪੰਜਾਬ 'ਚੋਂ ਕੰਮ ਕਰ ਰਹੇ ਹੈ। ਰਾਘਵ ਚੱਡੇ ਦੀ ਤਾਂ ਰਿਹਾਇਸ਼ ਹੀ ਜਿਹੜੀ ਹੈਗੀ ਉਹ ਚੰਡੀਗੜ੍ਹ ਦੇ ਵਿੱਚ ਹੈ।
ਜੀ ਹੁਣ ਬਿਲਕੁਲ ਜੀ ਅਸਲ 'ਚ ਰਫੜ ਕਿੱਥੇ ਪੈਂਦਾ? ਰਫੜ ਹੁੰਦਾ ਕਿ ਨੌਲੇਜ ਐਕਸਚੇਂਜ ਦੀ ਇੱਕ ਗੱਲ ਹੋਈ ਸੀ। ਜੀ ਜਦੋਂ ਬਿਲਕੁਲ ਜੀ ਨੌਲੇਜ ਐਕਸਚੇਂਜ ਦੀ ਗੱਲ ਹੋਈ ਆ, ਉਹ ਤੋਂ ਪਹਿਲਾਂ ਪੰਜਾਬ ਦੇ ਕੁਝ ਅਫਸਰਾਂ ਦੀ ਕਲਾਸ ਲਈ ਸੀ ਕੇਜਰੀਵਾਲ ਨੇ। ਬਿਲਕੁਲ ਉਦੋਂ ਜੀ ਇਹ ਸਵਾਲ ਖੜਾ ਹੋ ਗਿਆ ਸੀ, ਹੂ ਇਜ਼ ਕੇਜਰੀਵਾਲ? ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ, ਉਹਦਾ ਰੁਤਬਾ ਇੱਕ ਕਾਰਪੋਰੇਸ਼ਨ ਦੇ ਮੇਅਰ- ਕਮਿਸ਼ਨਰ ਵਰਗਾ ਹੈ, ਜੀ ਜੀ ਮੇਅਰ ਵਰਗਾ ਹੈ। ਉਹ ਬੰਦਾ ਜਿਹੜਾ ਪੰਜਾਬ ਦੀ ਬਿਊਰੋਕ੍ਰੇਸੀ ਨੂੰ ਕਿਉਂ ਕਹਿੰਦਾ ਹੈ? ਫਿਰ ਭਗਵੰਤ ਸਿੰਘ ਮਾਨ ਨੇ ਜਾ ਕੇ ਇੱਕ ਦਸਤਖਤ ਕੀਤੇ, ਆ ਲਓ ਜੀ ਨੌਲੇਜ ਸ਼ੇਅਰ ਵਾਲੀ ਗੱਲ ਹੋ ਗਈ, ਨੁਕਤਾਚੀਨੀ ਉਹਦੀ ਵੀ ਹੋਣ ਲੱਗੀ। ਇਹ ਮੈਂ ਹੁਣ ਯਾਦ ਕਰਾਉਣੀ ਚਾਹੂੰਗਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਹੁੰਦੀ ਸੀ, ਪ੍ਰਧਾਨ ਮੰਤਰੀ ਬਣੇ ਆ ਉਹ, ਜੀ ਉਸ ਵੇਲੇ UPA ਬਣਨ ਦੀ ਸਰਕਾਰ ਹੁੰਦੀ ਸੀ। ਬਿਲਕੁਲ ਜੀ UPA ਬਣਨ ਵੇਲੇ ਇੱਕ ਕੌਂਸਲ ਬਣੀ ਸੀਗੀ, ਐਡਵਾਈਜ਼ਰੀ ਕੌਂਸਲ, ਕੁਛ ਇਹ ਦਾ ਨਾਮ ਸੀ। ਉਹ ਕੌਂਸਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਬਣਾਇਆ ਗਿਆ ਸੀ। ਠੀਕ ਹੈ ਜਿਹੜੇ ਜੀ ਨੀਤੀਗਤ ਫੈਸਲੇ ਸੀ ਸਾਰੇ ਉਸ ਕੌਂਸਲ ਵੱਲੋਂ ਲਏ ਜਾਂਦੇ ਸੀ। ਉਸ ਕੌਂਸਲ ਦੇ ਫੈਸਲੇ ਸਰਕਾਰ ਨੂੰ ਭੇਜਦੇ ਸੀ, ਸਰਕਾਰ ਉਹਨਾਂ ਨੂੰ ਇੰਪਲੀਮੈਂਟ ਕਰਦੀ ਸੀ। ਅੱਛਾ ਜੀ ਇਸ ਗੱਲ ਦੇ ਉੱਤੇ ਫਿਰ ਰੌਲਾ ਪਿਆ ਸੀ। ਫਿਰ ਸੋਨੀਆ ਗਾਂਧੀ ਨੂੰ ਅਸਤੀਫਾ ਵੀ ਦੇਣਾ ਪੈ ਗਿਆ ਸੀ, ਜੀ ਕਿਉਂਕਿ ਲਾਭ ਵਾਲੇ 2 ਅਹੁਦੇ ਨਹੀਂ ਤੁਸੀਂ ਰੱਖ ਸਕਦੇ। ਫਿਰ ਉਹਦੇ ਤੋਂ ਉਹਨੂੰ ਪਾਸੇ ਹੋਣਾ ਪਿਆ ਸੀ। ਇਹ ਗੱਲਾਂ ਆ ਜਾਂਦੀਆਂ। ਉਦੋਂ ਇਹ ਹੋ ਗਿਆ ਸੀ ਕਿ ਇਹਨੂੰ ਡਿਸਕੁਆਲੀਫਾਈ ਕੀਤਾ ਜਾਵੇ। ਸੋਨੀਆ ਅੱਛਾ ਗਾਂਧੀ ਨੇ 2 ਅਹੁਦੇ ਕਿਵੇਂ ਰੱਖ ਲਏ? ਇਹ ਬਿਲਕੁਲ ਉਸੇ ਤਰਜ਼ ਦੇ ਉੱਤੇ ਹੈ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਹੋ ਜੇ, ਜੀ ਪੰਜਾਬ ਦੀ ਬਿਊਰੋਕ੍ਰੇਸੀ ਦੀਆਂ ਸਿੱਧੀਆਂ ਮੀਟਿੰਗਾਂ ਰਾਘਵ ਚੱਡਾ ਲੈਣ ਲੱਗ ਜੇ, ਅਫਸਰਾਂ ਨੂੰ ਬੁਲਾਉਣ ਲੱਗ ਜੇ, ਉਹਦੇ ਤੇ ਕੋਈ ਕਿੰਤੂ ਪਰੰਤੂ ਨਾ ਹੋਵੇ। ਸੋ ਇੱਕ ਪਾਸੇ ਸ਼ਾਦੀ ਹੋ ਰਹੀ ਸੀ, ਦੂਜੇ ਪਾਸੇ ਇਹ ਆ ਗਿਆ। ਅਗਲੀ ਗੱਲ, ਜੀ। ਸ਼ਾਦੀ ਦੇ ਵਿੱਚ ਕੱਲ ਬੰਦੇ ਕੌਣ ਕੌਣ ਸੀ? ਇਹ ਇੱਕ ਬਿਲਕੁਲ ਪ੍ਰਾਈਵੇਟ ਜੀ। ਮਾਮਲਾ ਹੈ। ਇਹ ਪ੍ਰਾਈਵੇਟ ਮਾਮਲਾ, ਜਿਹਨੂੰ ਮਰਜ਼ੀ ਬੁਲਾਉਣ, ਅਸੀਂ ਨਹੀਂ ਇਹਦੇ 'ਚ ਗੱਲ ਕਹਿ ਸਕਦੇ। ਲੇਕਿਨ ਕੱਲ ਮੇਰੇ ਕੋਲ ਜੋ ਇਨਫੋਰਮੇਸ਼ਨ ਆਈ ਹੈ, ਪੰਜਾਬ ਦੇ ਸੈਕਟਰੀਏਟ ਦੇ ਵਿੱਚ ਗੱਲਾਂ ਹੋ ਰਹੀਆਂ ਸੀ ਕੌਣ ਕੌਣ ਜਾ ਰਹੇ। ਠੀਕ ਹੈ ਹੁਣ ਜੀ ਮਹਿਮਾਨ ਜਿਹੜੇ ਹੈਗੇ, ਜਿਹੜੇ ਮਹਿਮਾਨ ਗਿਣਤੀ ਦੇ ਮਹਿਮਾਨਾਂ ਦੇ ਵਿੱਚੋਂ ਇੱਕ ਪਾਸੇ ਤਾਂ ਜੀ ਸਰਦਾਰ ਭਗਵੰਤ ਸਿੰਘ ਮਾਨ ਦਾ ਪਰਿਵਾਰ ਆ ਗਿਆ, ਦੂਜੇ ਜੀ। ਪਾਸੇ ਡਾਕਟਰ ਗੁਰਪ੍ਰੀਤ ਕੌਰ ਦਾ ਪਰਿਵਾਰ ਆ ਗਿਆ। ਉਹ ਪਰਿਵਾਰ ਆਉਣੀ ਸੀ, ਦੋਨਾਂ ਦੀ ਸ਼ਾਦੀ ਹੋਣੀ ਸੀ। ਬਿਲਕੁਲ ਜੀ ਹੁਣ ਅਗਲੀ ਪਾਸੇ ਦੇਖੀ ਤਾਂ ਇੱਕ ਸਰਦਾਰ ਆਪਣੇ ਬਲਤੇਜ ਸਿੰਘ ਪੰਨੂ ਮੀਡੀਆ ਡਾਇਰੈਕਟਰ ਹੈਗੇ, ਭਗਵੰਤ ਸਿੰਘ ਮਾਨ ਦੇ ਨਿੱਜੀ ਦੋਸਤ ਹੈ। ਉਹ ਵੀ ਹੈਗੇ ਹੈ ਜੀ। ਚਲੋ ਮੀਡੀਆ ਨੂੰ ਵੀ ਉਹਨਾਂ ਨੇ ਟੈਕਲ ਕਰਨਾ ਹੁੰਦਾ ਸਾਰਾ ਕੁਛ। ਬਾਕੀ ਜਿਹੜੇ ਬੰਦੇ ਆਏ ਹੈ, ਉਹ ਹੁਣ ਤੁਸੀਂ ਇਕੱਲੇ ਬੰਦੇ ਗਿਣ ਲਓ ਕੌਣ ਕੌਣ ਸੀ। ਬਿਲਕੁਲ ਜੀ ਉਹਦੇ ਵਿੱਚੋਂ ਇੱਕ ਆਏ ਜੀ ਕੇਜਰੀਵਾਲ ਤੇ ਉਹਨਾਂ ਦੀ ਵਾਈਫ, ਜੀ ਦੂਜੇ ਮਨੀਸ਼ ਸਿਸੋਦੀਆ ਤੇ ਉਹਨਾਂ ਦੀ ਵਾਈਫ, ਜੀ ਤੀਜੇ ਹੈਗੇ ਆ ਰਾਘਵ ਚੱਡਾ ਤੇ ਉਹਨਾਂ ਦੀ ਮਾਤਾ, ਕਿਉਂਕਿ ਰਾਘਵ ਚੱਡਾ ਹਾਲੇ ਕੁਆਰਾ ਹੈ। ਬਿਲਕੁਲ ਜੀ ਚੌਥੇ ਹੈਗੇ ਸੰਜੇ ਸਿੰਘ ਤੇ ਉਹਨਾਂ ਦੀ ਵਾਈਫ। ਜੀ ਤੇ ਜੇ ਆਪਾਂ ਦੇਖੀਏ ਨੰਬਰ 2 ਤੇ ਪੰਜਾਬ ਦੀ ਕੈਬਨਿਟ ਦੇ ਵਿੱਚ ਕੌਣ ਹੈ? ਹਰਪਾਲ ਸਿੰਘ ਚੀਮਾ। ਹਰਪਾਲ ਸਿੰਘ ਚੀਮਾ ਕੱਲ੍ਹ ਵਾਲੀ ਸ਼ਾਦੀ 'ਚ ਹੈ ਨਹੀਂ ਸੀ। ਜੀ ਜੇ ਆਪਾਂ ਦੇਖੀਏ ਅਮਨ ਅਰੋੜਾ ਪਬਲਿਕ ਰਿਲੇਸ਼ਨ ਦਾ ਮੰਤਰੀ ਹੈ, ਜੀ ਉਹ ਵੀ ਉਹਦੇ ਵਿੱਚ ਹੈ ਨਹੀਂ ਸੀ। ਹਣੇ ਸੀ ਪੰਜਾਬ ਦਾ ਕੋਈ MLA ਹੈ ਨਹੀਂ, ਬਿਲਕੁਲ ਪੰਜਾਬ ਦਾ ਕੋਈ ਜਿਹੜਾ ਹੈਗਾ ਵਜ਼ੀਰ ਹੈ ਨਹੀਂ। ਇਹਦੇ ਤੋਂ ਦਰਸਾਇਆ ਕੀ ਜਾ ਰਿਹਾ? ਕਿਉਂਕਿ ਜਿਹੜੀ ਨਿਰਭਰਤਾ ਵਾਲੀ ਗੱਲ ਹੈ ਕਿ ਭਗਵੰਤ ਸਿੰਘ ਦੀ ਨਿਰਭਰਤਾ ਸਿਰਫ ਤੇ ਸਿਰਫ ਦਿੱਲੀ ਵਾਲਿਆਂ ਤੇ ਜੀ, ਔਰ ਦਿੱਲੀ ਵਾਲੇ ਜਿਵੇਂ ਚਲਾਉਂਦੇ ਹੈ ਉਹ ਉਸ ਹਿਸਾਬ ਦੇ ਨਾਲ ਹੈ। ਜਿਵੇਂ ਰਾਜ ਸਭਾ ਦੇ ਮਾਮਲੇ 'ਚ ਹੋਇਆ, ਉਹ ਜਿਵੇਂ ਇੱਕ ਕੌਂਸਲ ਦੇ ਉੱਤੇ ਤੇ ਵਿਆਹ ਜਿਹੜਾ ਹੈਗਾ ਕੱਲ੍ਹ ਵਾਲੇ ਵਿਆਹ ਦੇ ਉੱਤੇ ਕਿੰਨਾਂ ਦੀਆਂ ਹਾਜ਼ਰੀਆਂ ਜ਼ਰੂਰੀ ਸੀ। ਇਹਦਾ ਮਤਲਬ ਇਹ ਹੈ ਕਿ ਜੇ ਹੁਣ ਆਪਾਂ ਅਗਲੀ ਗੱਲ ਦੇਖੀਏ, ਇੱਕ ਮੀਟਿੰਗ ਹੋਈ ਸੀ ਜਦੋਂ MLA ਬਣ ਗਏ ਸੀ ਸਾਰੇ 92 ਦੇ 92 MLA 92 MLAs ਦੀ ਮੀਟਿੰਗ ਲਈ ਭਗਵੰਤ ਸਿੰਘ ਮਾਨ ਨੇ ਤੇ ਕੇਜਰੀਵਾਲ ਨੇ ਕਿਹਾ ਕੀ ਸੀ? ਕੇਜਰੀਵਾਲ ਨੇ ਕਿ ਤੁਸੀਂ ਕਿਸੇ ਵੀ ਅਫਸਰ ਦੀ ਤਬਦੀਲੀ ਵਾਸਤੇ, ਬਦਲੀ ਵਾਸਤੇ ਕੋਈ ਸਿਫਾਰਿਸ਼ ਨਹੀਂ ਕਰ ਸਕਦੇ, ਕੋਈ ਨਹੀਂ ਕਰਨੀ ਸਿਫਾਰਿਸ਼। ਅੱਛਾ ਜੀ, ਤੁਸੀਂ ਬਿਲਕੁਲ ਕੰਮ ਕਰ ਰਹੇ। ਸੰਗਰੂਰ ਦੀ ਸੀਟ ਦਾ ਖਮਿਆਜਾ ਭੁਗਤਣਾ ਪੈ ਗਿਆ, ਕਿਉਂਕਿ ਠੀਕ ਹੈ ਜੀ। ਜਿਹੜੇ MLA ਬਣ ਗਏ 75,000 ਵੋਟਾਂ ਤੇ ਜਿੱਤਿਆ ਸੀ ਅਮਨ ਅਰੋੜਾ, ਬਿਲਕੁਲ ਜੀ, ਤੇ 2,500 ਵੋਟਾਂ ਦੀ ਲੀਡਰ ਹੈਗੀ। ਕਿਉਂ? ਹਾਂਜੀ ਹਰਮੀਤ ਸਿੰਘ ਜਿਹੜਾ ਮੀਤ ਹੇਅਰ ਹੈ ਜੀ, ਉਹ ਵੀ ਜੇਤੂ ਸੀ, ਉੱਥੇ ਵੀ ਵੋਟਾਂ ਘਟ ਗਈਆਂ। ਕਿਉਂ? ਇਹਦਾ ਕਾਰਨ ਸਿਰਫ ਇਸ ਕਰਕੇ ਸੀ ਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਸੀ ਉਹ ਲੋਕ ਫਰਸਟ੍ਰੇਟ, ਉਹਨਾਂ ਦੇ ਕੰਮ ਨਹੀਂ ਹੁੰਦੇ। ਉਹ MLA ਕੋਲੇ ਆਉਂਦੇ, MLA ਕਹਿੰਦੇ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ। MLA ਨਾ SHO ਨੂੰ ਫੋਨ ਕਰ ਸਕਦਾ ਹੈ, ਜੇ SHO ਨੂੰ ਫੋਨ ਕਰ ਦੂ SHO ਮੰਨੇ ਨਾ ਮੰਨੇ। ਔਰ ਜਿਹੜੀਆਂ MLA ਦੀਆਂ ਰਿਪੋਰਟਾਂ ਬਿਊਰੋਕ੍ਰੇਸੀ ਤੋਂ ਲਈਆਂ ਜਾ ਰਹੀਆਂ। ਲੈਂਦਾ ਕੌਣ ਹੈ? ਭਗਵੰਤ ਸਿੰਘ ਮਾਨ ਨਹੀਂ। ਭਗਵੰਤ ਸਿੰਘ ਮਾਨ ਤਾਂ ਵਿਚਾਰਾ ਮਤਲਬ ਇੱਕ ਆਪਾਂ ਕਹਿ ਸਕਦੇ ਹਾਂ ਵਿਚਾਰਾ ਹੈ, ਉਹ ਤਾਂ ਇੱਕ ਵਿਚਾਰਾ ਹੈ। ਕਿਉਂਕਿ ਜਿਹੜਾ ਹੈਗਾ ਕੰਟਰੋਲ ਸਾਰਾ ਦਿੱਲੀ ਵਾਲਿਆਂ ਕੋਲੇ, ਉਹਨੂੰ ਕਹਿੰਦਾ ਤੈਨੂੰ ਮੁੱਖ ਮੰਤਰੀ ਬਣਾਦਾ, ਕਾਕਾ ਤੂੰ ਮੁੱਖ ਮੰਤਰੀ ਬਣ ਜੀ, ਤੇਰੀ ਮੁੱਖ ਮੰਤਰੀ ਸਾਰਾ ਕੰਮ ਅਸੀਂ ਕਰਾਂਗੇ, ਬਦਲੀਆਂ ਤੁਸੀਂ ਨਹੀਂ ਕਰਨੀਆਂ। ਬਦਲੀਆਂ ਕੌਣ ਕਰਦਾ ਹੈ? ਬਦਲੀਆਂ ਰਾਘਵ ਚੱਡਾ ਕਰਦਾ ਹੈ। MLA ਵਜ਼ੀਰ ਜਿਹੜੇ ਉਹ ਬੈਠੇ। ਇਸ ਕਰਕੇ ਜਿਹੜੇ ਪੰਜਾਬ ਦੀ ਰਾਜਨੀਤੀ ਦਾ ਤੇ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੇ ਵਿਆਹ ਦਾ ਜੇ ਆਪਾਂ ਇਹਦਾ ਵਿਸ਼ਲੇਸ਼ਣ ਕਰਕੇ ਦੇਖੀ ਤਾਂ ਵਿਸ਼ਲੇਸ਼ਣ ਇਹ ਨਿਕਲਦਾ ਕਿ ਤੂੰ ਵਿਆਹ ਕਰਾ ਕਾਕਾ, ਆਪਦਾ ਆਰਾਮ ਕਰ, ਐਸ਼ ਕਰ, ਆਪਦੀ ਜ਼ਿੰਦਗੀ। ਮੁੱਖ ਮੰਤਰੀ ਤੂੰ ਹੈ ਲੇਕਿਨ ਹੁਕਮ ਦਿੱਲੀ ਦਾ ਚੱਲੂਗਾ। ਇਹ ਸਾਰਾ ਵਿਸ਼ਲੇਸ਼ਣ ਇਹ ਗੱਲ ਦੱਸ ਸਕਦੀ ਜੀ। ਬਿਲਕੁਲ ਜੀ। ਸੋ ਇਹ ਖਬਰ ਨੇ ਜਿੱਥੇ ਬਹੁਤ ਸਾਰੇ ਹੋਰ ਪੱਖਾਂ ਨੂੰ ਛੂਹਿਆ, ਉੱਥੇ ਹੀ ਪੰਜਾਬ ਦੀ
ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਦੀ ਕਾਰਜਕਾਰੀ ਨੂੰ ਵੀ ਸਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਲਿਆਂਦਾ ਹੀ ਹੈ। ਇਸ ਦੇ ਨਾਲ ਹੀ ਮੈਂ ਸਾਰੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਜਿਵੇਂ ਕਿ ਅਸੀਂ ਕੱਲ੍ਹ ਜਾਣਕਾਰੀ ਸਾਂਝੀ ਕੀਤੀ ਸੀ ਡਾਕਟਰ ਵਿਜੇ ਸਿੰਗਲਾ ਬਾਰੇ, ਜਿਹੜੇ ਕਿ ਸਾਬਕਾ ਸਿਹਤ ਮੰਤਰੀ ਨੇ। ਸੋ ਅੱਜ ਜਿਹੜੀਆਂ ਖਬਰਾਂ ਆਈਆਂ ਤੇ ਉਹ ਸਾਡੇ ਜਾਣਕਾਰੀ ਮੁਤਾਬਿਕ ਉਹਨਾਂ ਨੂੰ ਵੀ ਅੱਜ ਰਾਹਤ ਮਿਲ ਗਈ ਹੈ ਤੇ ਜ਼ਮਾਨਤ 'ਤੇ ਉਹ ਬਾਹਰ ਆ ਗਏ ਨੇ। ਅੱਜ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ। ਤੇ ਅਗਲੀ ਜਿਹੜੀ ਹੁਣ ਆਪਾਂ ਖਬਰ ਲੈਣੀ ਚਾਹਾਂਗੇ ਜੀ, ਉਹ ਲੈਣੀ ਚਾਹਾਂਗੇ ਕਿ ਆਮ ਆਦਮੀ ਪਾਰਟੀ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ, ਲਗਾਤਾਰ ਇਹਨਾਂ ਦਾ ਜਿਹੜਾ ਹੈ ਮੁੱਖ ਏਜੰਡਾ ਆਪਾਂ ਕਹਿ ਸਕਦੇ ਹਾਂ ਉਹ ਚੱਲ ਰਿਹਾ ਜੀ ਕਰਪਸ਼ਨ ਨੂੰ ਰੋਕਣਾ, ਭ੍ਰਿਸ਼ਟਾਚਾਰ ਨੂੰ ਰੋਕਣਾ। ਉਸੇ ਦੇ ਤਹਿਤ ਬਹੁਤ ਸਾਰੀਆਂ ਕਾਰਵਾਈਆਂ, ਬਹੁਤ ਸਾਰੇ ਸਸਪੈਂਸ਼ਨਸ ਲਗਾਤਾਰ ਕੀਤੇ ਜਾ ਰਹੇ ਨੇ। ਸੋ ਇਹਨਾਂ ਵੱਲੋਂ ਹੁਣ ਇੱਕ ਵਣਪਾਲ ਦੇ ਜਿਹੜੇ ਅਧਿਕਾਰੀ ਸੀ ਜਿਹੜੇ ਉਹਨਾਂ ਨੂੰ ਵੀ ਕਰ ਦਿੱਤਾ ਗਿਆ ਜੀ, ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਵੱਲੋਂ। ਕਿਵੇਂ ਦੇਖਦੇ ਹੋ ਜੀ ਇਸ ਖਬਰ ਨੂੰ? ਬਿਲਕੁਲ ਜੀ, ਜਿਹੜੇ ਵਣਪਾਲ ਅਧਿਕਾਰੀ ਹੈ ਵਿਸ਼ਾਲ ਚੌਹਾਨ ਉਹਨਾਂ ਦਾ ਨਾਂ ਹੈ, ਤੇ ਕੱਲ ਉਹਨਾਂ ਨੂੰ ਪਹਿਲਾਂ ਪੁੱਛਗਿੱਛ ਵਾਸਤੇ ਬੁਲਾਇਆ ਸੀ। ਕਈ ਘੰਟੇ ਪੁੱਛਗਿੱਛ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ। ਇਹ ਗ੍ਰਿਫਤਾਰ ਕਿਉਂ ਕੀਤਾ ਗਿਆ, ਇਹਦਾ ਕਾਰਨ ਕੀ ਹੈ? ਮੈਂ ਤੁਹਾਡੇ ਯਾਦ ਕਰਾਉਣਾ ਚਾਹੂੰਗਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਇਸ ਸਰਕਾਰ ਦੇ ਵਿੱਚੋਂ ਸਭ ਤੋਂ ਸਰਗਰਮ ਮੰਤਰੀ ਹੈ ਜਿਹੜੇ, ਉਹਨਾਂ ਦਾ ਨਾਂ ਹੈ ਕੁਲਦੀਪ ਸਿੰਘ ਧਾਲੀਵਾਲ। ਬਿਲਕੁਲ ਜੀ। ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਡੇ 1 ਪਹਿਲੇ ਦਿਨ ਹੀ ਉਹਨਾਂ ਨੇ ਐਲਾਨ ਕਰਤਾ ਸੀ ਕਿ ਪੰਚਾਇਤੀ ਜ਼ਮੀਨਾਂ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਅਸੀਂ ਉਹ ਛੁਡਾਵਾਂਗੇ, ਤੇ ਉਹਨਾਂ ਨੇ ਉਹ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾਉਣ ਵਾਸਤੇ ਇੱਕ ਮੁਹਿੰਮ ਵੀ ਸ਼ੁਰੂ ਕਰਤੀ ਸੀ। ਕੁੱਲ ਮਿਲਾ ਕੇ ਕਹਿੰਦੇ ਆ ਕਿ 5000 ਏਕੜ ਜਿਹੜੀ ਹੈਗੀ ਜ਼ਮੀਨ ਉਹ ਛੁਡਵਾ ਲਈਏ ਜੀ। ਬਿਲਕੁਲ। ਹਾਲਾਂਕਿ ਕਈ ਥਾਵਾਂ ਦੇ ਉੱਤੇ ਵਿਵਾਦ ਵੀ ਹੈ, ਕੁਝ ਜ਼ਮੀਨਾਂ ਉਹਨਾਂ ਨੇ ਉਹ ਵੀ ਛੁਡਵਾ ਲਈਆਂ ਜਿਹੜੇ ਕੋਰਟਾਂ ਦੇ ਵਿੱਚ ਕੇਸ ਸੀਗੇ, ਤੇ ਕੁਝ ਕੋਈ ਕੋਰਟ ਦੇ ਵਿੱਚ ਚਲੇ ਗਏ, ਉੱਥੋਂ ਸਟੇ ਵਗੈਰਾ ਹੋ ਗਿਆ ਵਗੈਰਾ ਵਗੈਰਾ। ਉਹਨਾਂ ਦਿਨਾਂ ਦੇ ਵਿੱਚ ਇਹ ਵੀ ਖਬਰ ਆਈ ਸੀ ਕਿ ਜਿਹੜੀਆਂ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਵੀ ਕਾਫੀ ਸਾਰੀ ਜ਼ਮੀਨ ਹੈ ਜਿਹੜੀ ਤੇ ਕਬਜ਼ਾ ਕੀਤਾ ਹੋਇਆ ਜੀ। ਖਾਸ ਕਰਕੇ ਉਹ ਜ਼ਮੀਨ ਜਿਹੜੀ ਜ਼ਮੀਨ ਨੂੰ ਆਪਾਂ ਕਹਿ ਸਕਦੇ ਹਾਂ ਕਿ ਰਿਜ਼ਰਵ ਕੀਤੀ ਹੋਈ ਹੈ ਜੰਗਲਾਤ ਵਾਸਤੇ, ਕਿ ਜੰਗਲਾਤ ਦੇ ਇਲਾਕੇ ਦੇ ਵਿੱਚ ਕਿਸੇ ਕਿਸਮ ਦੀ ਕੰਸਟਰਕਸ਼ਨ ਨਹੀਂ ਹੋ ਸਕਦੀ ਜੀ, ਕਿਸੇ ਕਿਸਮ ਦੀ ਉਹਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ। ਜਿਵੇਂ ਜੰਗਲਾਤ ਨੂੰ ਜੈਸਾ ਥੇ ਉਸੇ ਹੀ ਰੱਖਣਾ ਪੈਣਾ ਸੀ। ਉਦੋਂ ਇਹ ਗੱਲ ਆ ਗਈ ਸੀ ਕਿ WWICS ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਮਾਜਰੀ ਬਲਾਕ ਦੇ ਵਿੱਚ ਕਾਫੀ ਸਾਰੀ ਜ਼ਮੀਨ ਹੈ, 2-3 ਪਿੰਡਾਂ ਦੇ ਵਿੱਚ 100-150 ਏਕੜ ਜ਼ਮੀਨ ਹੈ, ਤੇ ਉਸ ਜ਼ਮੀਨ ਦੇ ਵਿੱਚ ਉਹ ਫਾਰਮ ਹਾਊਸ ਬਣਾ ਕੇ ਵੇਚ ਰਹੇ ਹੈ। ਉਹ ਜ਼ਮੀਨ ਵੀ ਖਾਲੀ ਕਰਵਾਈ ਜਾਊਗੀ। ਤੇ ਤੁਹਾਡੇ ਇਹ ਵੀ ਯਾਦ ਹੋਣਾ, ਸਾਡੇ ਸਰੋਤਿਆਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਣੀ ਹੈ ਕਿ ਉਦੋਂ ਪੀਲਾ ਪੰਜਾ ਪਹੁੰਚ ਵੀ ਗਿਆ ਸੀ, ਤੇ ਪੀਲੇ ਪੰਜੇ ਨੇ ਜਾ ਕੇ ਕੁਝ ਜਿਹੜੇ ਫਾਰਮ ਹਾਊਸਾਂ ਦੇ ਜਿਹੜੇ ਗੇਟ ਕੂਟ 'ਚ ਸੀਗੇ ਜਿਹੜੇ ਬਾਹਰਲੇ ਪਾਸੇ ਬਣਾਏ ਹੁੰਦੇ ਆ, ਉੱਥੇ ਆਪਦੀ ਕਾਰਵਾਈ ਦਿਖਾ ਵੀ ਦਿੱਤੀ ਸੀ ਜੀ। ਉਦੋਂ ਰੌਲਾ ਚੱਲਦਾ ਸੀ ਜੀ WWICS ਵਾਲੇ ਜਿਹੜੇ ਹੈਗੇ ਆ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹੈ। ਲੇਕਿਨ ਉਸੇ ਸਮੇਂ 'ਚ ਅੰਦਰੋਂ ਅੰਦਰੀ ਗੱਲ ਇੱਕ ਹੋ ਗਈ ਸੀ। ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਕਹਿ ਰਹੇ ਸੀ ਜੀ ਸਾਡਾ ਤਾਂ ਜਿਹੜਾ ਫਾਰੈਸਟ ਡਿਪਾਰਟਮੈਂਟ ਆ ਬੜਾ ਵਧੀਆ ਕੰਮ ਕਰੀ ਜਾਂਦਾ। ਇਹ ਤਾਂ ਕੀ ਹੈ, WWICS ਵਾਲਿਆਂ ਦੇ ਖਿਲਾਫ ਇੱਕ ਮੁਕੱਦਮਾ ਵੀ ਦਰਜ ਕਰਵਾਤਾ ਸੀ, ਠੀਕ ਹੈ ਕਿ ਸਾਰਾ ਕੁਛ ਹੈ। ਜਦੋਂ ਮੁਕੱਦਮਾ ਦਰਜ ਹੋ ਗਿਆ ਸੀ ਉਸੇ ਸਮੇਂ ਦੌਰਾਨ WWICS ਵਾਲੇ ਜਿਹੜੇ ਕਰਨਲ BS ਸੰਧੂ, ਉਹਨਾਂ ਦਾ ਬੇਟਾ ਦਵਿੰਦਰ ਸਿੰਘ ਸੰਧੂ ਹੈ, ਉਹ ਡਾਇਰੈਕਟਰ ਹੈ ਉਸ ਕੰਪਨੀ ਦਾ। ਉਹਨੇ ਜੀ ਗੱਲ ਉਹਨੇ ਕੀ ਕੀਤੀ, ਉਹਨੇ ਇੱਕ ਠੇਕੇਦਾਰ ਔਰ DFO ਹੈ ਜਿਹਨੂੰ ਡਿਵੀਜ਼ਨਲ ਫਾਰੈਸਟ ਅਫਸਰ ਕਹਿ ਦਿੰਦੇ, ਉਹਨਾਂ ਦੋਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਵੀ ਦੱਸੋ ਯਾਰ ਤੁਹਾਨੂੰ ਚਾਹੀਦਾ ਕੀ ਹੈ, ਤੁਸੀਂ ਸਾਨੂੰ ਤੰਗ ਫੰਗ ਕਿਉਂ ਕਰਦੇ ਹੋ। ਤੇ ਉਹਨਾਂ ਨੇ ਦੱਸਿਆ ਜੀ ਆਹ ਲੈਣ ਦੇਣ ਆਪਣਾ ਇੰਨਾ ਕਾਜ ਗਾੜ ਬਗੜ ਚੱਲਣਾ, ਪੈਸੇ ਧੇਰਾਂ ਦੀ ਗੱਲਬਾਤ ਹੋਣੀ ਹੈ। ਉਹ ਕਿ ਆਡੀਓ ਬਣ ਗਈ ਠੀਕ ਹੈ ਜੀ। ਉਹਨਾਂ ਨੇ ਸਾਰੀ ਗਿਟਮਿਟ ਕਰਕੇ ਤੇ ਨਾਲ ਹੀ ਉਹਨਾਂ ਨੇ ਭੇਜਤੀ। ਉਦੋਂ ਫਿਰ ਤੁਹਾਡੇ ਇਹ ਵੀ ਧਿਆਨ 'ਚ ਹੋਣਾ ਕਿ ਉਹਨਾਂ ਨੇ ਥੱਲੇ ਤੋਂ ਲੈ ਕੇ ਦੇਸ਼ ਦੇ ਪ੍ਰੈਜ਼ੀਡੈਂਟ ਤੱਕ ਜਿਹੜੀਆਂ ਮੇਲਸ ਵਗੈਰਾ ਭੇਜੀਆਂ ਸੀ, ਸ਼ਿਕਾਇਤਾਂ ਭੇਜੀਆਂ ਸੀ ਕਿ ਜੀ ਸਾਨੂੰ ਬਲੈਕਮੇਲ ਕਰਦੇ ਆ ਫਾਰੈਸਟ ਅਧਿਕਾਰੀ। ਅੱਛਾ ਜੀ। ਚਲੋ ਵਿਜੀਲੈਂਸ ਜਿਹੜੀ ਬਿਊਰੋ ਹੈ, ਵਿਜੀਲੈਂਸ ਬਿਊਰੋ ਦੇ ਵਿੱਚ ਚੇਂਜ ਹੋ ਗਈ। ਵਰਿੰਦਰ ਕੁਮਾਰ ਹੁਣੀ ਲਾਗੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਦੇ, ਉਹਨਾਂ ਦੇ ਧਿਆਨ 'ਚ ਆਇਆ ਮਾਮਲਾ ਤੇ ਉਹਨਾਂ ਨੇ ਕਿਹਾ ਵੀ ਆਪਾਂ ਦੇਖੀਏ। ਉਹਨਾਂ ਨੇ ਜੀ ਉਹ ਸਾਰਾ ਕੁਝ ਜਦੋਂ ਵੀਡੀਓ ਦੇਖੀ, ਆਡੀਓ ਦੇਖੀ ਤੇ ਆਡੀਓ ਦੇ ਵਿੱਚੋਂ ਸਬੂਤ ਮਿਲੇ, ਤੇ ਉਹਨਾਂ ਨੇ ਉਹ ਠੇਕੇਦਾਰ ਜਿਹੜਾ ਸੀਗਾ ਹਰਮੰਦਰ ਸਿੰਘ ਹੰਪੀ ਵੀ ਕਹਿੰਦੇ ਉਹਨੂੰ, ਔਰ ਜਿਹੜੇ ਸੀ ਗੁਰਅਮਨਪ੍ਰੀਤ ਸਿੰਘ ਕੁਛ ਇਹੋ ਜਿਹਾ ਨਾਂ ਹੈ, ਜਿਹੜੇ DFO ਸੀ, ਉਹਨਾਂ ਨੂੰ ਕਾਬੂ ਕਰ ਲਿਆ। ਤੇ DFO ਹੋਰਾਂ ਨੂੰ ਜਦੋਂ ਪੁੱਛਗਿੱਛ ਕੀਤੀ ਤੇ DFO ਨੇ ਕਹਿਤਾ ਜੀ ਇਹ ਤਾਂ ਬੜਾ ਕੁਛ ਚੱਲਦਾ ਸੀ, ਅਸੀਂ ਤਾਂ ਇੱਕ ਦਰਖਤ ਦਾ ਜਿਹੜਾ ਹੈਗਾ ਕਟਾਈ ਜਦੋਂ ਕਰਵਾਉਂਦੇ ਹੁੰਦੇ ਸੀ ਇਹਨੂੰ ਠੇਕੇਦਾਰ ਨੂੰ, ਤੇ ਠੇਕੇਦਾਰ ਵੀ ਕਹਿੰਦਾ ਜੀ ਮੈਂ ਤਾਂ ਪੈਸੇ ਦਿੰਦਾ ਹੁੰਦਾ ਸੀ। ਕਿਹਨੂੰ ਜੀ? ਕਹਿੰਦੇ ਜੀ ਪੈਸੇ ਦਿੰਦੇ ਹੁੰਦੇ ਸੀਗੇ ਆਪਣੇ ਸਾਧੂ ਸਿੰਘ ਧਰਮਸੋਤ ਜਿਹੜੇ ਜੰਗਲਾਤ ਮੰਤਰੀ ਹੁੰਦੇ ਸੀ, ਇੱਕ ਦਰਖਤ ਦਾ 500 ਰੁਪਇਆ ਲੈਂਦੇ ਸੀ। ਹਾਲਾਂਕਿ ਸਾਧੂ ਸਿੰਘ ਧਰਮਸੋਤ ਬਾਰੇ ਇਹ ਸੀ ਕਿ ਸਰਕਾਰ ਉਹਨੂੰ ਪਊਗੀ, ਵਿਜੀਲੈਂਸ ਵਾਲੇ ਪੈਣਗੇ, ਪਰ ਇਹ ਨਹੀਂ ਪਤਾ ਸੀ ਕਿ ਜੰਗਲਾਤ ਵਾਲੇ ਮਾਮਲੇ 'ਚ ਪੈਣਗੇ। ਉਹ ਲੱਗਦਾ ਸੀ ਕਿ ਦਲਿਤ ਵਿਦਿਆਰਥੀਆਂ ਦੇ ਜਿਹੜੇ ਵਜੀਫੇ ਵਾਲਾ ਕਾਲਾ ਮਾਲਾ ਕੀਤਾ ਉਹਦੇ 'ਚ ਪੈਣਗੇ। ਲੇਕਿਨ ਉਦੋਂ ਹੀ ਪਤਾ ਲੱਗਿਆ ਜੀ ਜਦੋਂ ਸਾਧੂ ਸਿੰਘ ਹੋਰਾਂ ਨੂੰ ਚੱਕ ਕੇ ਲੈ ਗਈ ਵਿਜੀਲੈਂਸ ਵਾਲੇ, ਨਾਲ ਉਹਨਾਂ ਦੇ PHA ਵੀ ਚੱਕ ਲਏ, ਤੇ ਗੱਲ ਨਿਕਲੇ ਕਿ ਸਾਧੂ ਸਿੰਘ ਹੋਰਾਂ ਨੇ ਕੀਤਾ। ਅਗਲੇ ਜਿਹੜੇ ਸਾਧੂ ਸਿੰਘ ਹੋਰੀ ਜਦੋਂ ਹਟ ਗਏ ਸੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹਟਣ ਤੋਂ ਬਾਅਦ, ਤੇ ਨਵੇਂ ਜੰਗਲਾਤ ਮੰਤਰੀ ਬਣ ਗਏ ਸੀਗੇ ਸੰਗਤ ਸਿੰਘ ਗਿਲਜੀਆਂ, ਤੇ ਨਾਂ ਉਹਨਾਂ ਦਾ ਵੀ ਆ ਗਿਆ। ਤੇ ਗਿਲਜੀਆਂ ਸਾਹਿਬ ਤਾਂ ਇਸ ਵੇਲੇ ਅੰਡਰਗਰਾਊਂਡ ਹੈ,
ਬੇਲ ਜੀ। ਐਪਲੀਕੇਸ਼ਨ ਉਹਨਾਂ ਦੀ ਵੀ ਲੱਗ ਗਈ ਹੈ, ਇਹ ਚੱਲ ਪਈ। ਇਹ ਜਸਪ੍ਰੀਤ ਚਲਦਿਆਂ ਵਿੱਚੋਂ ਫਿਰ ਇਹ ਆ ਗਈ ਸੀ ਕਿ ਜੋ ਇਹ ਸਾਰਾ ਕੁਝ ਹੋ ਰਿਹਾ ਸੀ, ਸੈਂਟਰ ਵੱਲੋਂ ਕਾਫੀ ਪੈਸੇ ਆਏ ਸੀ। ਅੱਛਾ ਜੀ। 1000 ਕਰੋੜ ਤੋਂ ਉੱਪਰ ਸੈਂਟਰ ਵੱਲੋਂ ਆਇਆ ਸੀ, ਜਿਹੜੇ ਕੋਈ ਦਰਖਤ ਲਾਉਣੇ ਹੁੰਦੇ ਆ ਕਿ ਤੁਸੀਂ ਜੰਗਲਾਤ ਵਾਲਾ ਰਕਬਾ ਵਧਾਓ। ਹਾਂਜੀ। ਉਹਦੇ ਵਿੱਚ ਵੀ ਕਹਿੰਦੇ ਕਾਫੀ ਹੱਲ ਹੋਏ ਤੇ ਜਿਹੜੇ ਇਹ ਚੌਹਾਨ ਸਾਹਿਬ ਹੈ ਵਨਪਾਲ, ਹਾਂਜੀ। ਤੇ ਇਹ ਵਨਪਾਲ ਦਾ ਵੀ ਨਾਮ ਬੋਲਣ ਲੱਗ ਪਿਆ ਸੀ। ਗੱਲਾਂ ਕਾਫੀ ਸਮੇਂ ਦੀਆਂ ਚੱਲਦੀਆਂ ਸੀ। ਵਨਪਾਲ ਸਾਹਿਬ ਦੇ ਉੱਤੇ ਕਿ ਪ੍ਰਾਪਰਟੀ ਬੜੀ ਬਣਾਈ ਆ ਜੀ, ਕੋਠੀਆਂ ਬੜੀਆਂ ਵੱਡੀਆਂ ਬਣਾਈਆਂ, ਅੱਛਾ ਜੀ। ਕਾਰਾਂ ਕੂਣਾ ਕਰੋੜਾਂ ਰੁਪਈਆਂ ਦਾ ਕਹਿੰਦੇ ਜੀ ਹੇਰ ਫੇਰ ਹੋਈ ਹੈ, ਇਹੋ ਜਿਹੀਆਂ ਗੱਲਾਂ ਹੋਣ ਲੱਗ ਗਈਆਂ। ਜੀ। ਕੱਲ ਫਿਰ ਵਿਜੀਲੈਂਸ ਵਾਲੇ ਨੇ ਬੁਲਾ ਲਿਆ ਵੀ ਆਓ ਜੀ ਵਨਪਾਲ ਜੀ, ਫਿਰ ਆਪਾਂ ਬਣਾ ਬਾਰੇ ਦੇਖੀਏ ਵੀ ਕੀ ਕੁਛ ਬਣਦਾ ਹੈ। ਠੀਕ ਹੈ ਜੰਗਲ ਦੀ ਜੀ। ਗੱਲ ਕਰ ਲਈ ਤੇ ਜਦੋਂ ਵਿਜੀਲੈਂਸ ਨੇ ਖੋਲਿਆ ਸਾਰਾ ਕੁਝ ਤੇ ਫਿਰ ਰਾਜ ਹੀ ਜੰਗਲ ਦਾ ਦਿਸ ਗਿਆ ਵੀ ਸੱਚਮੁੱਚ ਇੱਥੇ ਤਾਂ ਜੰਗਲ ਦਾ ਰਾਜ ਹੈ, ਜਿਹਦਾ ਜੀ ਜੀ। ਕਰਦਾ ਲੁੱਟੀ ਚੱਲੋ। ਦੋਹੀ ਗੁਰਾਂ ਦੀ ਲੁੱਟਣ ਕਰਨੀ ਪਈ ਆ ਦੁਨੀਆ, ਲੁੱਟੀ ਚੱਲੋ। ਇਹ ਚੱਲ ਪਈ ਜੀ ਗੱਲ, ਉਹ ਤਾਂ ਦੋਹੀ ਹੋਈ ਪੈਗੀ। ਉਹਨਾਂ ਨੇ ਫਿਰ ਨਾਲ ਦੀ ਨਾਲ ਵਨਪਾਲ ਸਾਹਿਬ ਦੀਆਂ ਬਾਹਾਂ ਮਰੋੜ ਲੀਆਂ। ਅੱਛਾ ਜੀ। ਉਹਨਾਂ ਨੂੰ ਬੰਨ੍ਹ ਲਿਆ, ਬੰਨ੍ਹ ਕੇ ਉਹਨਾਂ ਨੂੰ ਹਵਾਲਾਤ ਦੇਤਾ, ਗ੍ਰਿਫਤਾਰੀ ਉਹਨਾਂ ਦੀ ਪਾਤੀ ਹੈ। ਤੇ ਅੱਜ ਉਹਨਾਂ ਨੂੰ ਅਜੇ ਆਪਣੇ ਕੋਲ ਇਨਫੋਰਮੇਸ਼ਨ ਆਈ ਨਹੀਂ, ਅੱਜ ਉਹਨਾਂ ਨੂੰ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਹੋਊਗਾ। ਤੇ ਮੇਰਾ ਖਿਆਲ ਹੈ ਵੀ ਹੋਰ ਪੁੱਛਗਿੱਛ ਵਾਸਤੇ ਵਿਜੀਲੈਂਸ ਵਾਲੇ ਨੇ ਜ਼ਰੂਰ ਰਿਮਾਂਡ ਮੰਗਿਆ ਹੋਣਾ ਠੀਕ ਤੇ ਹੈ। ਅਦਾਲਤ ਨੇ ਰਿਮਾਂਡ ਦਿੱਤਾ ਵੀ ਹੋਊਗਾ। ਉਮੀਦ ਹੈ ਇਸ ਗੱਲ ਦੀ ਕਿ ਅਦਾਲਤ ਰਿਮਾਂਡ ਦੇ ਸਕਦੀ ਹੈ, ਕਿਉਂਕਿ ਪੁੱਛਗਿੱਛ ਕਰਨਗੇ। ਇਸ ਜਿਹੜਾ ਪੰਜਾਬ ਦੇ ਵਿੱਚ ਜੰਗਲਾਤ ਮਹਿਕਮਾ ਇੱਕ ਬਹੁਤ ਨਿਕੰਮਾ ਜਿਹਾ ਮਹਿਕਮਾ ਲੱਗਦਾ ਸੀ, ਤੇ ਹੁਣ ਪਤਾ ਜੀ। ਲੱਗਦਾ ਸੀ ਕਿ ਇਹਦੇ ਵਿੱਚ ਕਮਾਈ ਕਿੱਡੀ ਵੱਡੀ ਹੋ ਰਹੀ ਸੀ। ਬਿਲਕੁਲ ਜੀ। ਜੀ ਸੋ ਯਕੀਨਨ ਜੀ ਇਹ ਖਬਰ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਵਿੱਚ ਜੋ ਵੀ ਅਪਡੇਟ ਹੋਏਗੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ। ਤੇ ਹੁਣ ਆਪਾਂ ਅਗਲੀ ਖਬਰ ਦੇ ਵੱਲ ਵਧਾਂਗੇ ਜੀ। ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਸੋ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਗਾਤਾਰ ਜਿਹੜੀਆਂ ਵੱਖ-ਵੱਖ ਤਰੀਕੇ ਦੀਆਂ ਮੰਗਾਂ ਜਿਹੜੀਆਂ ਉੱਠ ਰਹੀਆਂ ਨੇ, ਤੇ ਹੁਣ ਇੱਕ ਨਵੀਂ ਮੰਗ ਉਠਾ ਦਿੱਤੀ ਗਈ ਹੈ ਸਿਮਰਜੀਤ ਸਿੰਘ ਮਾਨ ਜੀ ਦੁਆਰਾ, ਜਿਹੜੇ ਕਿ ਇਸ ਵਕਤ ਸੰਸਦ ਮੈਂਬਰ ਨੇ ਸੰਗਰੂਰ ਦੀ ਬਾਈ ਇਲੈਕਸ਼ਨ ਦੌਰਾਨ ਜਿੱਤ ਪ੍ਰਾਪਤ ਕਰਨ ਤੋਂ ਬਾਅਦ। ਤੇ ਉਹਨਾਂ ਨੇ ਕੱਲ੍ਹ ਇੱਕ ਮੰਗ ਉਠਾ ਦਿੱਤੀ ਹੈ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਮੌਤ ਹੋਈ ਸੀਗੀ ਉਸ ਦੀ ਕੌਮਾਂਤਰੀ ਪੱਧਰ ਦੀ ਜਾਂਚ ਹੋਵੇ। ਕੀ ਹੈ ਜੀ ਮਸਲਾ? ਸਿਮਰਜੀਤ ਸਿੰਘ ਮਾਨ ਹੋਰੀ ਪਾਰਲੀਮੈਂਟ ਦੇ ਮੈਂਬਰ ਬਣਨ ਤੋਂ ਬਾਅਦ ਕੱਲ੍ਹ ਪਹਿਲੀ ਵਾਰ ਬਠਿੰਡਾ ਦੇ ਵਿੱਚ ਆਏ ਸੀ ਜੀ। ਤੇ ਬਠਿੰਡੇ ਦੇ ਵਿੱਚ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਸੀ। ਠੀਕ ਹੈ ਜੀ। ਔਰ ਮੀਡੀਆ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਗੱਲਬਾਤ ਸੁਣੀ ਤੇ ਉਸ ਗੱਲਬਾਤ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਠੀਕ ਹੈ ਜੀ। ਆਪਣੇ ਵੀ ਕੱਲ੍ਹ ਇੱਕ ਰਿਪੋਰਟ ਜਿਹੜੀ ਹੈ ਲਾਈਵ ਰਿਪੋਰਟ ਉਹਨਾਂ ਦੀ ਜਾਰੀ ਕੀਤੀ ਗਈ ਸੀ। ਜੋ ਕੁਛ ਉਹਨੇ ਗੱਲਬਾਤ ਕੀਤੀ ਸੀਗੀ ਆਪਾਂ ਕਰਤੀ, ਉਹਦੇ 'ਚ ਆਪਾਂ ਬਹੁਤਾ ਗੱਲ 'ਚ ਨਹੀਂ ਪੈਣਾ। ਲੇਕਿਨ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਪੰਜਾਬ ਨਾਲ, ਪੰਜਾਬੀਅਤ ਨਾਲ ਜਿਹੜੀ ਜ਼ਿਆਦਤੀ ਹੋ ਰਹੀ ਹੈ ਉਹਦਾ ਜ਼ਿਕਰ ਤਾਂ ਕੀਤਾ ਹੀ ਕੀਤਾ। ਉਹ ਪਹਿਲਾਂ ਤੋਂ ਸ਼ੁਰੂ ਕਰਦੇ ਆ ਰਹੇ। ਬਿਲਕੁਲ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਜਿਹੜੀ ਰਿਪੋਰਟ ਪੇਸ਼ ਕੀਤੀ ਹੈ, ਉਹਨਾਂ ਨੇ ਕਿਹਾ ਲਓ ਜੀ ਅਸੀਂ ਇੱਕ ਮੁਕੰਮਲ ਰਿਪੋਰਟ ਪੇਸ਼ ਕੀਤੀ ਹੈ ਤਫਤੀਸ਼ ਦੀ। ਉਹ ਕਹਿੰਦੇ ਇਹਦੇ ਵਿੱਚ ਕੱਖ ਨਹੀਂ ਹੈ ਜੀ, ਇਹਦੇ 'ਤੇ ਸਾਨੂੰ ਕੋਈ ਇਤਬਾਰ ਨਹੀਂ। ਉਹਨਾਂ ਨੇ ਐਲਾਨ ਵੀ ਕੀਤਾ ਸੀ ਕਿ ਇਸ ਮਾਮਲੇ ਨੂੰ ਮੈਂ ਜਾ ਕੇ ਪਾਰਲੀਮੈਂਟ ਦੇ ਵਿੱਚ ਉਠਾਊਂਗਾ। ਮਾਨ ਸਾਹਿਬ ਨੇ ਇਹ ਗੱਲ ਵੀ ਕਹੀ ਸੀ ਕਿ ਜਦੋਂ ਅਗਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਊਗਾ ਤੇ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਉੱਤੇ ਭਾਗ ਲੈਣ ਤੋਂ ਬਾਅਦ ਫਿਰ ਉਹ ਆ ਕੇ ਜਿਹੜਾ ਬਰਗਾੜੀ ਮੋਰਚਾ ਚੱਲਦਾ ਇਹਨੂੰ ਹੋਰ ਤਿੱਖਾ ਕਰਨਗੇ ਜੀ। ਇੱਥੇ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਆਪਣੇ ਸਾਥੀਆਂ ਦੇ ਨਾਲ, ਜਿਹਦੇ ਵਿੱਚ ਗੁਰਸੇਵਕ ਸਿੰਘ ਜਵਾਰ ਕੇ, ਆਪਣੇ ਪਰਮਿੰਦਰ ਸਿੰਘ ਵਾਲਿਆਂ ਵਾਲੀ ਵਗੈਰਾ ਨਾਲ ਸੀ, ਲੋਕਲ ਲੀਡਰਸ਼ਿਪ ਬਠਿੰਡੇ ਦੀ ਤੇ ਮਾਨਸਾ ਦੀ, ਉਹਨਾਂ ਨੂੰ ਨਾਲ ਲੈ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ 'ਚ ਗਏ। ਅੱਛਾ ਜੀ। ਤੇ ਮੂਸੇ ਵਾਲੇ ਦੇ ਪਰਿਵਾਰ ਦੇ ਨਾਲ, ਸਰਦਾਰ ਬਲਕੌਰ ਸਿੰਘ ਹੋਰਾਂ ਨਾਲ, ਉਹਨਾਂ ਦੀ ਮਾਤਾ ਚਰਨ ਕੌਰ ਦੇ ਨਾਲ ਕੱਲ੍ਹ ਉਹਨਾਂ ਨੇ ਜਾ ਕੇ ਫਿਰ ਮੁਲਾਕਾਤ ਕੀਤੀ, ਉਹਨਾਂ ਦੇ ਨਾਲ ਦੁੱਖ ਸੁੱਖ ਸਾਂਝਾ ਕੀਤਾ। ਔਰ ਦੁੱਖ ਸੁੱਖ ਸਾਂਝਾ ਕਰਦਿਆਂ ਉਹਨਾਂ ਨੇ ਭਰੋਸਾ ਵੀ ਦਵਾਇਆ ਕਿ ਅਸੀਂ ਤੁਹਾਡੇ ਨਾਲ ਹੈ। ਤੇ ਜਸਪ੍ਰੀਤ ਆਪਾਂ ਇਹ ਵੀ ਜਾਣਦੇ ਹਾਂ ਕਿ ਮਾਨ ਸਾਹਿਬ ਨੂੰ ਜਿਹੜੀ ਜਿੱਤ ਪ੍ਰਾਪਤ ਹੋਈ ਹੈ, ਉਸ ਜਿੱਤ ਦੇ ਵਿੱਚ ਹੋਰ ਕਾਰਨਾਂ ਤੋਂ ਇਲਾਵਾ ਇੱਕ ਵੱਡਾ ਕਾਰਨ ਸਿੱਧੂ ਮੂਸੇਵਾਲੇ ਦੀ ਬੇਵਕਤੀ ਮੌਤ ਸੀ। ਬਿਲਕੁਲ ਜੀ। ਕਿਉਂਕਿ ਨੌਜਵਾਨ ਜਿਹੜੇ ਉਹਦੇ ਫੈਨ ਸੀ, ਉਹਨਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਜਿਸ ਢੰਗ ਦੇ ਨਾਲ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਈ ਗਈ ਔਰ ਉਹਦਾ ਫਿਰ ਜਿਹੜਾ ਹੈਗਾ ਪ੍ਰਚਾਰ ਕੀਤਾ ਗਿਆ ਸਰਕਾਰੀ ਤੰਤਰ ਵੱਲੋਂ, ਉਹਦਾ ਨਤੀਜਾ ਹੈ ਕਿ ਉਹਨੂੰ ਡਾਢਿਆਂ ਨੇ ਆ ਕੇ ਉਹ ਮੁੰਡੇ ਦੀ ਜਾਨ ਲੈ ਲਈ, ਜਿਹੜਾ ਇੱਕ ਉਹਨਾਂ ਦੇ ਵਾਸਤੇ ਆਦਰਸ਼ ਸੀ। ਹਾਂਜੀ। ਔਰ ਇਹ ਗੱਲਾਂ ਵੀ ਆਪਾਂ ਜਾਣਦੇ ਹਾਂ ਸਿੱਧੂ ਮੂਸੇਵਾਲੇ ਦੇ ਚਲੇ ਜਾਣ ਤੋਂ ਬਾਅਦ, ਜਿਵੇਂ SYL ਦੇ ਉੱਤੇ ਉਹਦਾ ਗਾਣਾ ਆਇਆ, ਉਹ ਤੋਂ ਪਹਿਲਾਂ ਉਹਦਾ ਗੀਤ ਸੀ 295A। ਇਹਨਾਂ ਗੀਤਾਂ ਦੇ ਵਿੱਚੋਂ ਮਤਲਬ ਜਿਸ ਕਿਸਮ ਦੀ ਭਾਵਨਾ ਪੰਜਾਬ ਦੀ ਉਹਨਾਂ ਦੇ ਵਿੱਚੋਂ ਆ ਰਹੀ ਸੀ, ਪੰਜਾਬੀਅਤ ਦੀ, ਪ੍ਰੋ ਪੰਜਾਬੀਅਤ ਜੀ। ਔਰ ਮਾਨ ਸਾਹਿਬ ਨੇ ਕੱਲ੍ਹ ਇਹ ਵੀ ਕਹਿ ਦਿੱਤਾ ਸੀ ਕਿ ਮੇਰੀ ਜਿੱਤ ਜਿਹੜੀ ਹੈਗੀ ਆ ਦੋ ਮੁੰਡਿਆਂ ਦੀ ਕੁਰਬਾਨੀ ਦੀ ਬਦੌਲਤ ਹੈ। ਇੱਕ ਉਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਦਿੱਤਾ ਸੀ ਇਹਦਾ ਕ੍ਰੈਡਿਟ, ਔਰ ਦੂਜਾ ਦਿੱਤਾ ਸੀ ਦੀਪ ਸਿੱਧੂ ਨੂੰ। ਉਹਦਾ ਕਰਕੇ ਉਹ ਕਹਿੰਦੇ ਵੀ ਮੇਰੀ ਜਾਣਦੀ। ਤੇ ਫਿਰ ਉਹਨਾਂ ਨੇ ਗੱਲ ਕਹੀ ਸੀ ਕਿ ਕੱਲ੍ਹ ਇੱਥੇ ਵੀ ਕਹੀ ਸੀ ਤੇ ਉੱਥੇ ਵੀ ਉਹਨਾਂ ਨੇ ਕਹੀ ਕਿ ਇਹ ਕੇਸ ਜਿਹੜਾ ਹੈਗਾ ਇਹਦੇ ਵਿੱਚ ਰਾਜਨੀਤੀ ਹੈ। ਕਿਉਂਕਿ ਵਿੱਕੀ ਮਿੱਡੂ ਖੇੜਾ ਜਿਹੜਾ ਹੈਗਾ ਉਹ ਭਾਵੇਂ ਇੱਕ ਆਮ ਆਪਾਂ ਕਹਿ ਸਕਦੇ ਵੀ ਇੱਕ ਵਿਦਿਆਰਥੀ ਸੀ ਜਾਂ ਇੱਕ ਕਾਰੋਬਾਰੀ ਸੀ, ਉਹਨੂੰ ਤਾਂ ਵਿਦਿਆਰਥੀ ਜੀਵਨ ਉਹਨੇ ਛੱਡਤਾ।
ਔਰ ਉਹਦੀ ਬਹੁਤ ਨੇੜਤਾ ਸੀ ਲਾਰੈਂਸ ਬਿਸ਼ਨੋਈ ਦੇ ਨਾਲ। ਜੀ ਲਾਰੈਂਸ ਬਿਸ਼ਨੋਈ ਜਿਸ ਵੇਲੇ ਰੋਪੜ ਜੇਲ੍ਹ ਦੇ ਵਿੱਚ ਸੀ, ਉਸ ਵੇਲੇ ਜਿਹੜਾ ਹੈਗਾ ਗਾਇਕ ਨੇ ਇੱਕ ਅਖਾੜਾ ਲਾਇਆ ਸੀ ਜੇਲ੍ਹ ਦੇ ਅੰਦਰ ਜਾ ਕੇ ਜੀ। ਤੇ ਉਹਦੇ ਤੇ ਜਿਹੜਾ ਮਾਟੋ ਲੱਗਿਆ ਸੀ, ਜਾਂ ਉਹਨੇ ਜਿਹੜਾ ਗਾਇਕ ਨੇ ਕਿਹਾ ਸੀ, ਉਹਨੇ ਕਿਹਾ ਸੀ ਕਿ ਇਹ ਜਿਹੜਾ ਪ੍ਰੋਗਰਾਮ ਹੈ ਸਪਾਂਸਰ ਕੀਤਾ ਹੈ ਵਿੱਕੀ ਮਿੱਡੂ ਖੇੜੇ ਨੇ। ਕਿਹਦੇ ਵਾਸਤੇ? ਲਾਰੈਂਸ ਬਿਸ਼ਨੋਈ ਵਾਸਤੇ। ਲਾਰੈਂਸ ਬਿਸ਼ਨੋਈ ਤੋਂ ਦੋਨੇ ਇਕੱਠੇ ਸੀ, ਜਮਾਤੀ ਸੀਗੇ, ਸਟੂਡੈਂਟ ਮੂਵਮੈਂਟ ਦੇ ਵਿੱਚ ਇਕੱਠੇ ਕਾਲਜ ਮੇਟ ਹੋ ਸਕਦੇ ਆ, ਯੂਨੀਵਰਸਿਟੀ ਮੇਟ ਹੋ ਸਕਦੇ ਆ, ਜੋ ਵੀ ਸੀ। ਨੇੜਤਾ ਬਹੁਤ ਜ਼ਿਆਦਾ ਸੀ। ਔਰ ਜਿਹੜੀ SOI ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ, ਉਹਦੇ ਵਿੱਚ ਉਹ ਕੰਮ ਕਰਦੇ ਹੁੰਦੇ ਸੀ, ਤੇ SOI ਬਣਾਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜੀ। ਜਦੋਂ ਮਿੱਡੂ ਖੇੜੇ ਦਾ ਕੇਸ ਹੋਇਆ, ਤੇ ਫਿਰ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਇਹ ਜਿਹੜਾ ਹੈਗਾ ਉਹਦੇ ਕਤਲ ਦੇ ਵਿੱਚ ਇਨਵੋਲਵਮੈਂਟ ਜਿਹੜੀ ਹੈ ਉਹ ਸ਼ਗਨਪ੍ਰੀਤ ਦੀ ਹੈ, ਜਿਹੜਾ ਸੋ ਕਾਲਡ ਮੈਨੇਜਰ ਕਿਹਾ ਗਿਆ ਹੈ ਸਿੱਧੂ ਮੂਸੇਵਾਲੇ ਦਾ। ਔਰ ਗੋਲਡੀ ਬਰਾੜ ਦੀ ਜਿਹੜੀ ਪਹਿਲੀ ਇੰਟਰਵਿਊ ਆਈ ਸੀ ਇਸ ਕਤਲ ਤੋਂ ਬਾਅਦ, ਉਹਨੇ ਕਿਹਾ ਸੀਗਾ ਵੀ ਕਿਉਂਕਿ ਸ਼ਗਨਪ੍ਰੀਤ ਨੇ ਜਿਹੜਾ ਵਿੱਕੀ ਮਿੱਡੂ ਖੇੜੇ ਦਾ ਕਤਲ ਕਰਵਾਇਆ, ਇਸ ਕਰਕੇ ਅਸੀਂ ਬਦਲਾ ਲਿਆ। ਠੀਕ ਹੈ ਜੀ। ਉਹ ਹੁਣ ਇਹ ਕੱਲ ਮਾਨ ਸਾਹਿਬ ਇਹ ਗੱਲ ਕਹਿੰਦੇ ਆ ਕਿ ਜੇ ਉਹ ਬੰਦਾ ਸੁਖਬੀਰ ਸਿੰਘ ਬਾਦਲ ਦਾ ਸੀ, ਵਿੱਕੀ ਮਿੱਡੂ ਖੇੜਾ, ਉਹਦਾ ਕਤਲ ਹੁੰਦਾ ਹੈ, ਤਾਂ ਫਿਰ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਉਣ ਦੇ ਵਿੱਚ ਵੀ ਰਾਜਨੀਤੀ ਹੈ। ਕਿਹਦੀ ਇਨਵੋਲਵਮੈਂਟ ਹੈ? ਇਹ ਇਨਵੋਲਵਮੈਂਟ ਉਹ ਕਹਿੰਦੇ ਵੀ ਨਾ ਤਾਂ ਜਿਹੜੀ ਹੈਗੀ ਕੋਈ ਕੇਂਦਰੀ ਏਜੰਸੀ ਇਹਦੀ ਤਫਤੀਸ਼ ਸਹੀ ਤਰੀਕੇ ਨਾਲ ਕਰ ਸਕਦੀ ਹੈ, ਜਾਂ ਕਰਨਾ ਨਹੀਂ ਚਾਹੁੰਦੀ, ਸਰਕਾਰਾਂ ਕਰ ਨਹੀਂ ਦਿੰਦੀਆਂ, ਜਾਂ ਤੇ ਨਾ ਹੀ ਪੰਜਾਬ ਪੁਲਿਸ ਦੀ ਗੱਲ ਕਰ ਸਕਦੀ ਹੈ। ਫਿਰ ਉਹਨਾਂ ਨੇ ਇੱਕ ਮਿਸਾਲ ਦਿੱਤੀ ਸੀ, ਕਿ ਹਰਾਰੇ ਕੋਰਟ ਹੈ ਕੋਈ, ਸ਼ਾਇਦ ਇੰਟਰਨੈਸ਼ਨਲ ਕੋਰਟ ਹੈ, ਬਿਲਕੁਲ ਜੀ। ਉਹ ਜਿਹੜੀ ਹੈਗੀ ਹੈ UN ਦੇ ਮਤਹਿਤ ਹੈ, ਤੇ ਜਿੱਥੇ ਕਿਸੇ ਨੂੰ ਇਨਸਾਫ ਨਾ ਮਿਲੇ ਤੇ ਉੱਥੇ ਫਿਰ ਜਿਹੜੀ ਹੈਗੀ ਹੈ ਉਹ UN ਦੀ ਨਿਗਰਾਨੀ ਦੇ ਥੱਲੇ ਇਹ ਜਿਹੇ ਕੇਸਾਂ ਦੀ ਜਾਂਚ ਹੁੰਦੀ ਹੈ ਤੇ ਉਹਨਾਂ ਦੀ ਟ੍ਰਾਇਲ ਹੁੰਦੀ ਹੈ। ਸੋ ਉਹਨਾਂ ਨੇ ਡਿਮਾਂਡ ਇਹੀ ਕੀਤੀ ਹੈ, ਕੱਲ੍ਹ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਹੈ ਜਿਹੜੀ ਇਹ UN ਦੀ ਜ਼ੇਰੇ ਨਿਗਰਾਨੀ ਹੋਣੀ ਚਾਹੀਦੀ ਹੈ, UN ਵੱਲੋਂ ਕਰਵਾਈ ਜਾਣੀ ਚਾਹੀਦੀ ਹੈ, ਤਾਂ ਕਿ ਜਿਹੜੇ ਹੈਗੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਇਨਸਾਫ ਮਿਲ ਸਕੇ। ਜੀ। ਸੋ ਇਹ ਸੀ ਸਿਮਰਨਜੀਤ ਸਿੰਘ ਮਾਨ ਜੀ ਪਰ ਇੱਕ ਖਬਰ। ਸੋ ਅਸੀਂ ਵੀ ਇਹੀ ਆਸ ਰੱਖਾਂਗੇ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇ ਅਤੇ ਉਸ ਦੇ ਕਾਤਲ ਜ਼ਰੂਰ ਫੜੇ ਜਾਣ। ਫਿਲਹਾਲ ਇਹਨਾਂ ਖਬਰਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਸੋ ਪਿਆਰੇ ਸਰੋਤਿਓ, ਇਸ ਦੇ ਨਾਲ ਹੀ ਵੇਲਾ ਹੋ ਗਿਆ ਜੀ ਆਪ ਸਭ ਜੀ ਤੋਂ ਇਜਾਜ਼ਤ ਲੈਣ ਦਾ, ਅਤੇ ਅਸੀਂ ਇੱਕ ਵਾਰ ਫਿਰ ਤੋਂ ਆਪਣੇ ਸਪੋਂਸਰ ਅਤੇ ਸਹਿਯੋਗੀ ਸੱਜਣਾਂ ਦਾ ਜ਼ਰੂਰ ਧੰਨਵਾਦ ਕਰਦੇ ਹਾਂ ਜੀ। ਅਸੀਂ ਧੰਨਵਾਦੀ ਹਾਂ ਜੀ ਦਿਓਲ ਬ੍ਰਦਰਜ਼ ਬੇਕਰਫੀਲਡ ਦੇ, ਅਸੀਂ ਧੰਨਵਾਦੀ ਹਾਂ ਵਰਜੀਨੀਆ ਤੋਂ ਅਮਰਜੀਤ ਸਿੰਘ ਗਰੇਵਾਲ, ਬਲਰਾਜ ਸਿੰਘ ਭੱਡਾ ਦੇ, ਅਸੀਂ ਧੰਨਵਾਦੀ ਹਾਂ ਜੀ ਨਿਊਯਾਰਕ ਤੋਂ ਚਰਨਜੀਤ ਸਿੰਘ ਸਮਰਾ ਅਤੇ ਸਾਥੀਆਂ ਦੇ, ਜਿਨ੍ਹਾਂ ਨੇ ਰੇਡੀਓ ਨੂੰ ਸਹਿਯੋਗ ਦਿੱਤਾ। ਸੋ ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਅਸੀਂ ਸ਼ੁਕਰੀਆ ਕਰਦੇ ਹਾਂ, ਅਤੇ ਤੁਹਾਨੂੰ ਸਾਰਿਆਂ ਨੂੰ ਵੀ ਜ਼ਰੂਰ ਕਹਾਂਗੇ ਕਿ ਜਿਵੇਂ ਵੀ ਤੁਸੀਂ ਰੇਡੀਓ ਨੂੰ ਸਹਿਯੋਗ ਦੇ ਸਕਦੇ ਹੋ ਤਾਂ ਜ਼ਰੂਰ ਦਿਆ ਕਰੋ ਜੀ। ਅਤੇ ਇੱਕ ਜਾਣਕਾਰੀ ਵਿੱਚ ਸਾਂਝੀ ਕਰਦੇ ਹੈ ਕਿ ਸਵਰਨ ਸਿੰਘ ਦਾਨੇਵਾਲੀਆ ਜੀ ਇਸ ਵਕਤ ਵਾਸ਼ਿੰਗਟਨ ਵਿਖੇ ਮੌਜੂਦ ਨੇ, ਅਤੇ ਆਸ ਕੀਤੀ ਜਾਂਦੀ ਹੈ ਕਿ ਉਹ ਅਗਲੇ ਹਫ਼ਤੇ ਵਾਪਸ ਪਰਤੇ ਆਉਣਗੇ, ਅਤੇ ਉਸ ਤੋਂ ਬਾਅਦ ਸ਼ਮਾਦਾਨ ਪ੍ਰੋਗਰਾਮ ਦੇ ਨਾਲ ਵੀ ਪਹਿਲਾਂ ਦੀ ਤਰ੍ਹਾਂ ਜੁੜ ਜਾਣਗੇ। ਫਿਲਹਾਲ ਅੱਜ ਸ਼ਮਾਦਾਨ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਆਪ ਸਭ ਜੀ ਤੋਂ ਲਵਾਂਗੇ ਜੀ ਇਜਾਜ਼ਤ। ਸ਼ਮਾਦਾਨ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹਨ ਜੀ। ਇਹ MPI ਅਪਰੂਵਡ ਨੇ, ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹਨ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 409 2000 ਜਾਂ ਫਿਰ ਕਾਲ ਕਰੋ 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ
ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ